ਸੰਧੂ ਸਾਹਿਬ, ਹੁਣ ਜੋ ਅਗਨੀਪਥ ਸਕੀਮ ਨੂੰ ਲੈ ਕੇ ਉਹਦੇ ਜੋ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਪ੍ਰਦਰਸ਼ਨ ਚੱਲ ਰਹੇ ਨੇ, ਉਹ ਹੁਣ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਤੇਲੰਗਾਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ। ਵਸੂ ਜੀ, ਅਸਲ ਵਿੱਚ ਗੱਲ ਇਹ ਹੈ ਕਿ ਸਰਕਾਰ ਨੇ ਜੋ ਪਾਲਿਸੀ ਬਣਾਈ ਹੈ, ਨੀਤੀ ਲਿਆਂਦੀ ਹੈ, ਉਹ ਅੱਜ ਵੀ ਉਹਦੇ ਹੱਕ ਵਿੱਚ ਖੜੀ ਹੈ ਜੀ। ਉਹਦੇ ਹੱਕ ਵਿੱਚ ਹੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ। ਅੰਦੋਲਨ ਨੂੰ ਨਜਿੱਠਣ ਬਾਰੇ ਜਾਂ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਨ ਬਾਰੇ ਜਾਂ ਅੰਦੋਲਨਕਾਰੀਆਂ ਨੂੰ ਸੰਤੁਸ਼ਟ ਕਰਨ ਬਾਰੇ, ਉਹਨਾਂ ਦੇ ਹੱਕ ਵਿੱਚ ਕੁਝ ਮਾੜਾ ਜਿਹਾ ਝੁਕਣ ਬਾਰੇ, ਲਿਖਣ ਬਾਰੇ ਜਾਂ ਕੁਝ ਨਰਮੀ ਵਾਲੀ ਗੱਲ ਕਰਨ ਬਾਰੇ ਉਸ ਤਰ੍ਹਾਂ ਦੀ ਕੋਈ ਗੱਲ ਅਜੇ ਤੱਕ ਨਹੀਂ ਹੋਈ ਜੀ। ਸਰਕਾਰ ਕਹਿ ਰਹੀ ਹੈ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਾਂ, ਤੁਸੀਂ ਆਪਣੀ ਰਿਕਰੂਟਮੈਂਟ ਦੀ ਤਿਆਰੀ ਕਰੋ। ਅਤੇ ਜਿਹੜੇ ਅੰਦੋਲਨਕਾਰੀ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਇਹ ਬਿਲਕੁਲ ਪ੍ਰਵਾਨ ਨਹੀਂ। ਉਹ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਅੰਦੋਲਨ ਨੂੰ ਤੇਜ਼ ਕਰ ਰਹੇ ਨੇ। ਜਿਹੜਾ 14 ਜੂਨ ਨੂੰ ਰੱਖਿਆ ਮੰਤਰੀ ਰਾਜਨਾਥ ਹੋਰਾਂ ਨੇ ਐਲਾਨ ਕਰਕੇ ਇਸ ਸਕੀਮ ਬਾਰੇ ਦੱਸਿਆ ਸੀ ਕਿ ਅਸੀਂ ਅਗਨੀਪਥ ਸਕੀਮ ਲਿਆ ਰਹੇ ਹਾਂ, ਜਿਹਦੇ ਅਧੀਨ ਅਗਨੀ ਵੀਰਾਂ ਦੀ ਭਰਤੀ ਹੋਵੇਗੀ ਜੀ ਔਰ ਉਹਨਾਂ ਨੂੰ 4 ਸਾਲ ਲਈ ਰੱਖਿਆ ਜਾਵੇਗਾ। ਉਹਦੇ ਵਿਰੋਧ ਵਿੱਚ 15 ਤਰੀਕ ਤੋਂ ਹੀ ਅੰਦੋਲਨ ਸ਼ੁਰੂ ਹੋ ਗਿਆ ਸੀ। 15 ਨੂੰ ਬਿਹਾਰ ਵਿੱਚ ਅੰਦੋਲਨ ਸ਼ੁਰੂ ਹੋਇਆ ਅਤੇ ਉਸ ਤੋਂ ਵੱਧਦਾ ਅੱਜ 12-13 ਰਾਜਾਂ ਦੇ ਵਿੱਚ ਇਹ ਫੈਲ ਗਿਆ। ਹੁਣ ਤੱਕ ਇਹਦੇ ਨਾਲ ਦੋ ਤੋਂ ਵੱਧ 3 ਮੌਤਾਂ ਹੋ ਚੁੱਕੀਆਂ ਨੇ। ਇੱਕ ਵਿਦਿਆਰਥੀ ਨੇ ਹਰਿਆਣੇ 'ਚ ਖੁਦਕੁਸ਼ੀ ਕਰ ਲਈ ਸੀ। 3-4 ਲੋਕ ਜਿਹੜੇ ਜ਼ਖਮੀ ਹੋਏ, ਇੱਕ ਬੰਦਾ ਗੋਲੀ ਲੱਗਣ ਦੇ ਨਾਲ ਮਾਰਿਆ ਗਿਆ ਜੀ। ਔਰ ਜਿਹੜੀਆਂ ਰੇਲਾਂ, ਗੱਡੀਆਂ, ਬੱਸਾਂ, ਟਰੱਕ ਜਿਹੜੇ ਸਾੜੇ ਨੇ, ਉਹਨਾਂ ਦਾ ਕੋਈ ਹਿਸਾਬ ਹੀ ਨਹੀਂ ਹੈ। ਔਰ ਹੁਣ ਅੱਗੇ ਇਸ ਤੋਂ ਅਗਲਾ ਕਦਮ ਕੀ ਹੋਣਾ ਹੈ, ਹੋਣਾ ਕੀ ਹੈ, ਬਲਕਿ ਉਹ ਸ਼ੁਰੂ ਹੋ ਗਿਆ। ਹੁਣ ਤੱਕ ਇਹਦੇ ਵਿੱਚ ਉਹ ਵਿਦਿਆਰਥੀ ਅਤੇ ਉਹ ਨੌਜਵਾਨ ਹੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਜਿਹੜੇ ਫੌਜ ਵਿੱਚ ਭਰਤੀ ਹੋਣ ਦੀ ਆਸ ਪਿਛਲੇ 3 ਸਾਲ ਤੋਂ ਲਾਈ ਬੈਠੇ ਸੀ, ਕਿਉਂਕਿ ਕਰੋਨਾ ਕਰਕੇ 3 ਸਾਲਾਂ ਦੇ ਵਿੱਚ ਕੋਈ ਭਰਤੀ ਨਹੀਂ ਹੋਈ। ਉੱਤੇ ਪ੍ਰੀਖਿਆਵਾਂ ਜਿਹੜੀਆਂ ਉਹਨਾਂ ਦੇ ਉੱਤੇ ਪਾਬੰਦੀ ਸੀ। ਇੱਥੋਂ ਤੱਕ ਕਿ ਕੁਝ ਨੌਜਵਾਨਾਂ ਦਾ ਜਿਹੜਾ ਮੈਡੀਕਲ ਟੈਸਟ ਹੋ ਗਿਆ ਸੀ, ਫਿਜ਼ੀਕਲ ਟੈਸਟ ਹੋ ਗਿਆ ਸੀ, ਉਹਨਾਂ ਦੀ ਸਿਰਫ ਲਿਖਤੀ ਪ੍ਰੀਖਿਆ ਹੋਣੀ ਸੀ ਔਰ ਲਿਖਤੀ ਪ੍ਰੀਖਿਆ ਜਿਹੜੀ ਸੀ ਉਹਨੂੰ ਅੱਗੇ ਤੋਂ ਅੱਗੇ ਟਾਲਿਆ ਗਿਆ ਕੋਵਿਡ ਕਰਕੇ ਕਿ ਬਾਅਦ ਵਿੱਚ ਲਈ ਜਾਵੇਗੀ, ਫਿਰ ਅੱਗੇ ਹੋਰ ਟਾਲ ਦਿੱਤਾ ਗਿਆ ਔਰ ਹੁਣ ਤੱਕ ਲਿਆਏ। ਹੁਣ ਸਰਕਾਰ ਨੇ ਉਹ ਪ੍ਰੀਖਿਆ ਬਿਲਕੁਲ ਰੱਦ ਕਰ ਦਿੱਤੀ ਹੈ। ਜਿਹੜੇ ਨੌਜਵਾਨ ਉਹਦੇ ਵਿੱਚ ਫਿਜ਼ੀਕਲ ਟੈਸਟ ਪਾਸ ਕਰਕੇ, ਮੈਡੀਕਲ ਟੈਸਟ ਪਾਸ ਕਰਕੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੀ 2 ਸਾਲ ਤੋਂ ਲਗਾਤਾਰ, ਉਹ ਬਿਲਕੁਲ ਹੈਰਾਨ ਰਹਿ ਗਏ ਨੇ ਕਿ ਉਹਨਾਂ ਨੂੰ ਤਾਂ ਇਹ ਸੀ ਕਿ ਅਸੀਂ ਪ੍ਰੀਖਿਆ ਦੀ ਤਿਆਰੀ ਕਰੀ ਬੈਠੇ ਹਾਂ ਅਤੇ ਪ੍ਰੀਖਿਆ ਪਾਸ ਕਰਕੇ ਅਸੀਂ ਨੌਕਰੀ ਜੁਆਇਨ ਕਰ ਲਵਾਂਗੇ। ਸਰਕਾਰ ਨੇ ਉਹ ਪ੍ਰੀਖਿਆ ਹੀ ਰੱਦ ਕਰਕੇ ਨਵੀਂ ਸਕੀਮ ਲੈਣ ਦੀ। ਹੁਣ ਇੱਕ ਤਾਂ ਉਹ ਇਹਦੇ ਵਿੱਚ ਸਾਰੇ ਨੌਜਵਾਨ ਜਿਹੜੇ ਨੇ ਉਹ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਨੇ, ਭੜਕੇ ਹੋਏ ਨੇ, ਉਹ ਹੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ। ਉਹਨਾਂ ਦੇ ਨਾਲ ਉਹਨਾਂ ਦੇ ਕੁਝ ਹਮਾਇਤੀ, ਕੁਝ ਪਰਿਵਾਰਾਂ ਵਾਲੇ, ਕੁਝ ਹੋਰ ਲੋਕ ਵੀ ਸਮਾਜਿਕ ਸ਼ਾਮਲ ਨੇ। ਹੁਣ ਅਗਲਾ ਕਦਮ ਜਿਹੜਾ ਇਹ ਆ ਕਿ ਇਹਦੇ ਵਿੱਚ ਸਿਆਸੀ ਪਾਰਟੀਆਂ ਵੀ ਕੁੱਦ ਪਈਆਂ ਨੇ। ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ ਨਾਲ ਅੰਦੋਲਨ ਜਿਹੜਾ ਇਹ ਹੋਰ ਜ਼ਿਆਦਾ ਪੱਕ ਪਵੇਗਾ, ਹੋਰ ਜ਼ਿਆਦਾ ਭੜਕ ਜਾਏਗਾ, ਕਿਉਂਕਿ ਸਿਆਸੀ ਪਾਰਟੀਆਂ ਦੇ ਆਪਣੇ ਮੋਟਿਵ ਵੀ ਹੁੰਦੇ ਨੇ। ਉਹਨਾਂ ਦਾ ਮੋਟਿਵ ਸਰਕਾਰ ਦਾ ਵਿਰੋਧ ਕਰਨਾ ਹਰ ਤਰ੍ਹਾਂ ਨਾਲ ਹੁੰਦਾ ਹੈ, ਸਿਰਫ ਇਸ ਗੱਲ ਨੂੰ ਲੈ ਕੇ ਨਹੀਂ। ਇਸ ਕਰਕੇ ਉਹ ਇਸ ਗੱਲ ਨੂੰ ਹੋਰ ਜ਼ਿਆਦਾ ਹਵਾ ਦੇਣਗੇ ਔਰ ਇਹ ਭਾਰਤ ਵਾਸਤੇ ਬੁਰੀ ਤਰ੍ਹਾਂ ਨਾਲ ਮਾੜਾ ਹੋਏਗਾ, ਨੁਕਸਾਨਦਾਇਕ ਹੋਏਗਾ। ਅੱਜ ਜਿਹੜਾ ਬਿਹਾਰ ਆ ਉਹ ਬੰਦ ਦਾ ਐਲਾਨ ਕੀਤਾ ਗਿਆ, ਕੱਲ੍ਹ ਨੂੰ ਹੋਰ ਰਾਜਾਂ ਵਿੱਚ ਵੀ ਬੰਦ ਦਾ ਐਲਾਨ ਹੋ ਸਕਦਾ ਹੈ, ਕਿਉਂਕਿ ਇੱਕ ਚੀਜ਼ ਨੂੰ ਵੇਖ ਕੇ ਫਿਰ ਦੂਜੇ ਸੂਬੇ ਵਾਲੇ ਕਹਿੰਦੇ ਨੇ ਵੀ ਅਸੀਂ ਕਿਉਂ ਪਿੱਛੇ ਰਹੀਏ, ਸਾਡੇ ਨੌਜਵਾਨ ਵੀ ਤਾਂ ਘਰ ਬੈਠੇ ਨੇ। ਹਜੇ ਸਿਰਫ ਇਹਦੇ ਵਿੱਚ ਸ਼ੁਕਰ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅੰਦੋਲਨ ਭੜਕਿਆ ਨਹੀਂ, ਪਰ ਇਸ ਦੀ ਸ਼ੁਰੂਆਤ ਹੋ ਗਈ ਹੈ। ਬਿਹਾਰ ਦੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਹੁਣ ਤੱਕ ਉੱਥੇ 15 ਦੇ ਕਰੀਬ ਰੇਲ ਗੱਡੀਆਂ ਜਿਹੜੀਆਂ ਨੇ ਉਹ ਫੂਕ ਦਿੱਤੀਆਂ ਗਈਆਂ ਨੇ। ਬਹੁਤ ਸਾਰੇ ਸਟੇਸ਼ਨ ਸਾੜੇ ਗਏ ਨੇ। ਡਿਪਟੀ CM ਜਿਹੜੀ ਬਿਹਾਰ ਦੀ ਹੈ ਉਹਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ। ਉੱਥੇ ਦਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੀ ਭੰਨਤੋੜ ਕੀਤੀ ਗਈ ਹੈ। ਇਹ ਸਾਰਾ ਕੁਝ ਕਰਕੇ ਜਿਹੜੇ ਵਿਦਿਆਰਥੀ ਨੇ, ਨੌਜਵਾਨ ਨੇ, ਉਹ ਗੁੱਸਾ ਕਰ ਰਹੇ ਨੇ, ਪ੍ਰਗਟ ਕਰ ਰਹੇ ਨੇ, ਆਪਣੀ ਜਿਹੜੀ ਪੀੜ ਹੈ, ਦਰਦ ਹੈ, ਉਹਦਾ ਪ੍ਰਗਟਾਵਾ ਕਰ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਅਸੀਂ ਇੰਨੇ ਸਾਲਾਂ ਤੋਂ ਤਿਆਰੀ ਕਰ ਰਹੇ ਸੀ ਅਤੇ ਸਰਕਾਰ ਨੇ ਇਹ। ਦੂਜੀ ਗੱਲ ਜਿਹੜੀ 4 ਸਾਲ ਵਾਲੀ ਗੱਲ ਹੈ, ਨਾ ਉਹ ਵਿਰੋਧੀ ਪਾਰਟੀਆਂ ਨੂੰ ਹਜਮ ਹੋ ਰਹੀ ਹੈ, ਨਾ ਉਹ ਜਿਹੜੇ ਸਾਬਕਾ ਉੱਚ ਫੌਜੀ ਅਧਿਕਾਰੀ ਨੇ ਉਹਨਾਂ ਨੂੰ ਹਜਮ ਹੋ ਰਹੀ ਹੈ, ਨਾ ਹੀ ਇਹ ਨੌਜਵਾਨਾਂ ਨੂੰ ਹਜਮ ਹੋ ਰਹੀ ਹੈ, ਨਾ ਨੌਜਵਾਨਾਂ ਦੇ ਮਾਪਿਆਂ ਨੂੰ ਹਜਮ ਹੋ ਰਹੀ ਹੈ। ਕਿਉਂਕਿ ਨੌਜਵਾਨ ਇਹਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਨੇ। ਫੌਜ ਦੇ ਵਿੱਚ ਸਿਰਫ ਇੱਕ ਉਹ ਡੈਮੋਨਸਟ੍ਰੇਸ਼ਨ ਦੇਣ ਲਈ ਜਾਣਾ ਨਹੀਂ ਚਾਹੁੰਦੇ ਕਿ 4 ਸਾਲ ਲਈ ਭਰਤੀ ਹੋਣਗੇ, ਵਧੀਆ ਢੰਗ ਨਾਲ ਫਾਈਟ ਕਰਨਗੇ, ਡੈਮੋਨਸਟ੍ਰੇਸ਼ਨ ਦੇਣਗੇ ਅਤੇ ਫਿਰ ਆਊਟ ਹੋ ਕੇ ਵਾਪਸ ਆ ਜਾਣਗੇ। ਇੱਦਾਂ ਦੀ ਸਥਿਤੀ ਨਹੀਂ। ਉਹ ਇਸ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ। ਇਹ ਠੀਕ ਹੈ ਕਿ ਕੈਰੀਅਰ ਦੌਰਾਨ ਉਹਨਾਂ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ, ਲੰਬੇ ਸਮੇਂ ਤੱਕ ਉਹ
ਉਹਦੇ ਵਿੱਚ ਕਦੀ ਜੰਗ ਵੀ ਲੱਗ ਸਕਦੀ ਹੈ, ਕੁਝ ਵੀ ਹੋ ਸਕਦਾ ਹੈ, ਉਹਦੇ ਵਿੱਚ ਸ਼ਹੀਦੀ ਹੁੰਦੀ ਹੈ, ਉਹ ਹੋਰ ਗੱਲ ਹੈ। ਪਰ 4 ਸਾਲ ਬਾਅਦ ਸਰਵਿਸ ਕਰਕੇ ਘਰ ਆ ਜਾਣ ਨੂੰ ਉਹ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕਰ ਰਹੇ। ਨੌਜਵਾਨ ਜਿਹੜੇ ਉਹ ਇਸ ਗੱਲ ਦੇ ਉੱਤੇ ਬਿਜਲ ਨੇ ਕਿ ਇਸ ਜਿਹੜੀ ਅਗਨੀਪਥ ਸਕੀਮ ਹੈ ਇਸ ਨੂੰ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਪਹਿਲਾਂ ਭਰਤੀ ਹੁੰਦੀ ਸੀ ਰੈਗੂਲਰ, ਉਸ ਤਰ੍ਹਾਂ ਭਰਤੀ ਕੀਤੀ ਜਾਵੇ। ਪਰ ਜਿਹੜੇ ਥਲ ਸੈਨਾ ਮੁਖੀ ਨੇ, ਏਅਰਫੋਰਸ ਦੇ ਮੁਖੀ ਨੇ, ਉਹਨਾਂ ਨੇ ਬਿਆਨ ਦਿੱਤੇ ਨੇ, ਸਰਕਾਰ ਨੇ ਵੀ ਨਾਲ ਬਿਆਨ ਦਿੱਤਾ ਹੈ ਕਿ ਤੁਸੀਂ ਤਿਆਰੀ ਕਰੋ, ਅਸੀਂ ਕੱਲ੍ਹ ਨੂੰ ਨੋਟੀਫਿਕੇਸ਼ਨ ਜਾਂ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਇਸ ਸੰਬੰਧ ਦੇ ਵਿੱਚ, ਔਰ ਜਿਹੜੀ ਏਅਰਫੋਰਸ ਹੈ ਉਹਦੇ ਵਿੱਚ ਵੀ ਭਰਤੀ ਸ਼ੁਰੂ ਹੋ ਰਹੀ ਹੈ। ਉਹ ਇਹ ਅਧਿਕਾਰੀ ਕਹਿ ਰਹੇ ਨੇ ਕਿ ਤੁਸੀਂ ਫੌਜ ਦੀ ਭਰਤੀ ਵਾਸਤੇ ਤਿਆਰੀ ਕਰੋ। ਇਹਦੇ ਵਿੱਚ ਮੇਰਾ ਖਿਆਲ ਹੈ ਕਿ ਅਜੇ ਤੱਕ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਸਾਹਮਣੇ ਨਹੀਂ ਆਇਆ ਕਿ ਨੌਜਵਾਨਾਂ ਦੇ ਕੁਝ % ਲੋਕ ਵੀ ਜਿਹੜੇ ਨੇ ਉਹ ਇਸ ਪਾਸੇ ਜਾਣ ਵਾਸਤੇ ਤਿਆਰ ਹੋਣ। ਇਹ ਵੱਖਰੀ ਗੱਲ ਹੈ ਕਿ ਸਮਾਜਿਕ ਸੰਸਥਾਵਾਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਅਪੀਲ ਕਰ ਰਹੀਆਂ ਨੇ ਕਿ ਪ੍ਰਦਰਸ਼ਨ ਕਰਨਾ ਤੁਹਾਡਾ ਰਾਈਟ ਹੈ, ਅਧਿਕਾਰ ਹੈ, ਤੁਸੀਂ ਪ੍ਰਦਰਸ਼ਨ ਕਰੋ, ਪਰ ਇਸ ਪ੍ਰਦਰਸ਼ਨ ਨੂੰ ਹਿੰਸਕ ਨਾ ਹੋਣ ਦਿਓ, ਜਿਹੜੀ ਸਾੜ ਫੂਕ ਹੈ ਉਹ ਨਾ ਕਰੋ। ਹੁਣ ਤੱਕ ਜਿਹੜੀਆਂ 400 ਦੇ ਕਰੀਬ ਟ੍ਰੇਨਾਂ ਜਿਹੜੀਆਂ ਨੇ, ਰੇਲ ਗੱਡੀਆਂ ਨੇ ਦੇਸ਼ ਭਰ ਦੇ ਵਿੱਚ ਉਹ ਪ੍ਰਭਾਵਿਤ ਹੋ ਚੁੱਕੀਆਂ ਨੇ ਔਰ ਇਹ ਹਿੰਸਾ ਜੇ ਅੱਗੇ ਤੋਂ ਅੱਗੇ ਵੱਧਦੀ ਹੈ ਅਤੇ ਇਹਦੇ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਦੋਂ ਵਿਸ਼ਵਨਾਥ ਪ੍ਰਤਾਪ ਸਿੰਘ ਪ੍ਰਧਾਨ ਮੰਤਰੀ ਸੀ ਦੇਸ਼ ਦੇ, ਉਸ ਵੇਲੇ ਇੱਕ ਰਿਜ਼ਰਵੇਸ਼ਨ ਦਾ ਅੰਦੋਲਨ ਚੱਲਿਆ ਸੀ ਜਿਹੜਾ ਇੰਨੀ ਬੁਰੀ ਤਰ੍ਹਾਂ ਨਾਲ ਚੱਲਿਆ ਸੀ, ਇੰਨਾ ਜ਼ਿਆਦਾ ਸਰਕਾਰ ਨੂੰ ਉਸ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਿਸਾਨ ਅੰਦੋਲਨ ਜਿਹੜਾ ਉਹਦੀ ਮਿਸਾਲ ਵੀ ਸਾਡੇ ਸਾਹਮਣੇ ਹੈ ਕਿ ਜਦੋਂ ਜਿਹੜੀਆਂ ਸੰਘਰਸ਼ਕਾਰੀ ਜਥੇਬੰਦੀਆਂ ਨੇ ਉਹ ਕਿਸੇ ਗੱਲ ਦੇ ਉੱਤੇ ਤਹਈਆ ਕਰ ਲੈਂਦੀਆਂ ਨੇ ਫਿਰ ਮੁਸ਼ਕਿਲ ਹੋ ਜਾਂਦਾ। ਔਰ ਇਹ ਯੰਗ ਲੋਕ ਨੇ, ਸਾਰੇ ਨੌਜਵਾਨ ਖੂਨ ਹੈ ਸਾਰਾ, ਜੇ ਇਹ ਇਸ ਰਸਤੇ 'ਤੇ ਤੁਰ ਪੈਂਦੇ ਨੇ ਅਤੇ ਦੇਸ਼ ਵਾਸਤੇ ਬੜੀ ਮੁਸ਼ਕਿਲ ਦੀ ਸਥਿਤੀ ਜਿਹੜੀ ਉਹ ਬਣ ਜਾਏਗੀ। ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਇਹਦੇ ਉੱਤੇ ਜਿਹੜਾ ਨਰਮੀ ਵਾਲਾ ਰੁਖ ਅਪਣਾ ਕੇ ਇਸ ਸਕੀਮ ਨੂੰ ਤਬਦੀਲ ਕਰੋ ਜਾਂ ਇਹਦੇ ਵਿੱਚੋਂ ਕੁਝ ਹੋਰ ਬੈਟਰ ਰਸਤਾ ਲੱਭੋ। ਇਹਦੀ 4 ਸਾਲ ਵਾਲੀ ਮਿਆਦ ਹੈ ਜਿਹੜੀ ਉਹ ਤਾਂ ਹਰਗਿਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਕ ਫੌਜੀ ਜਿਹੜਾ ਸਾਰੀ ਉਮਰ ਫੌਜ ਦੇ ਵਿੱਚ ਨੌਕਰੀ ਕਰਦਾ 15 ਸਾਲ ਦਾ, 17 ਸਾਲ ਜਾਂ 18 ਸਾਲ, ਉਸ ਤੋਂ ਬਾਅਦ ਉਹ ਜਿੰਨਾ ਚਿਰ ਤੱਕ ਜਿੰਦਾ ਰਹਿੰਦਾ ਉਸ ਨੂੰ ਉਹਦੇ ਬੈਨੀਫਿਟ ਮਿਲਦੇ ਨੇ, ਲਾਭ ਮਿਲਦੇ ਨੇ, ਪੈਨਸ਼ਨ ਮਿਲਦੀ ਹੈ। ਉਹਨੂੰ ਇਹ ਲੱਗਦਾ ਹੁੰਦਾ ਕਿ ਮੈਂ ਆਪਣੇ ਜੀਵਨ ਦਾ ਵੱਡਾ ਹਿੱਸਾ ਫੌਜ ਵਾਸਤੇ, ਦੇਸ਼ ਵਾਸਤੇ ਦੇ ਦਿੱਤਾ ਅਤੇ ਹੁਣ ਦੇਸ਼ ਜਿਹੜਾ ਹੈ ਉਹ ਮੇਰੀ ਸਾਂਭ ਸੰਭਾਲ ਕਰੇ, ਮੇਰੇ ਪਰਿਵਾਰ ਦੀ ਸਾਂਭ ਸੰਭਾਲ ਕਰੇ। ਬੱਚਿਆਂ ਨੂੰ ਸਿੱਖਿਆ ਦੇ ਵਿੱਚ ਸਹੂਲਤ ਮਿਲਦੀ ਹੈ, ਮੈਡੀਕਲ ਭੱਤਾ ਮਿਲਦਾ ਹੈ, ਪਰਿਵਾਰ ਨੂੰ ਮਿਲਦਾ ਹੈ, ਪਰ ਇਹ ਸਕੀਮ ਦੇ ਵਿੱਚ ਕੁਝ ਵੀ ਨਹੀਂ ਹੈ। ਇਸ ਕਰਕੇ ਇਸ ਸਕੀਮ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਅਤੇ ਹੁਣ ਤੱਕ ਜਿਹੜਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ, ਇੱਥੋਂ ਤੱਕ ਜੰਮੂ ਦੇ ਵਿੱਚ ਵੀ ਕੱਲ੍ਹ ਬੜੇ ਜ਼ਬਰਦਸਤ ਪ੍ਰਦਰਸ਼ਨ ਹੋਏ ਨੇ, ਪੰਜਾਬ ਦੇ ਵਿੱਚ ਵੀ ਕੱਲ੍ਹ ਪ੍ਰਦਰਸ਼ਨ ਹੋਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਰਾਜਾਂ, ਹੁਣ ਤੱਕ ਇਹ 15 ਰਾਜਾਂ ਦੇ ਵਿੱਚ ਫੈਲ ਚੁੱਕਾ ਅੰਦੋਲਨ। ਜੇ ਇਸ ਦੀ ਰੋਕਥਾਮ ਨਾ ਕੀਤੀ ਗਈ, ਇਹਦਾ ਕੋਈ ਹੱਲ ਨਾ ਨਿਕਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਜ਼ਿਆਦਾ ਗੰਭੀਰ ਰੂਪ ਧਾਰਨ ਲਏਗਾ, ਜਿਹਦੇ ਵਿੱਚੋਂ ਨਿਕਲਣਾ ਜਾਂ ਜਿਸ ਨੂੰ ਟਾਲ ਸਕਣਾ ਸਰਕਾਰ ਵਾਸਤੇ ਮੁਸ਼ਕਲ ਹੋ ਜਾਏਗਾ। ਜੀ ਤੇ ਸੰਧੂ ਸਾਹਿਬ, ਪੰਜਾਬ ਦੇ ਨੌਜਵਾਨਾਂ ਨੇ ਇਹ ਗੱਲ ਵੀ ਕਹੀ ਹੈ, ਕਹਿੰਦੇ ਵੀ ਜੇ ਕੇਂਦਰ ਨੇ ਅਗਨੀਪਥ ਪ੍ਰੋਗਰਾਮ ਵਾਪਸ ਨਾ ਲਿਆ ਤਾਂ ਜਿਵੇਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਉਸ ਤਰ੍ਹਾਂ ਕਹਿੰਦੇ ਪੱਕਾ ਮੋਰਚਾ ਲਾ ਦੇਣਾ ਸੀ ਪੰਜਾਬ ਦੇ ਵਿੱਚ। ਬਿਲਕੁਲ ਜੀ, ਕੱਲ੍ਹ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਹਲਕੇ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ। ਉਹ ਸਾਰੇ ਪੰਜਾਬ ਦੇ ਵਿੱਚੋਂ ਹੀ ਉੱਥੇ ਗਏ ਸੀ। ਉਹ ਨੌਜਵਾਨ ਇਕੱਲੇ ਸੰਗਰੂਰ ਦੇ ਨਹੀਂ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਨੌਜਵਾਨ ਸੀ, ਕਿਉਂਕਿ ਸੰਗਰੂਰ ਜਿਹੜਾ ਇਸ ਵੇਲੇ ਉਹ ਲਾਈਮਲਾਈਟ ਵਿੱਚ ਹੈ। ਲੋਕ ਸਭਾ ਦੀ ਉਪ ਚੋਣ ਹੋਣ ਕਰਕੇ ਮੰਤਰੀ, ਮੁੱਖ ਮੰਤਰੀ ਉਸ ਇਲਾਕੇ ਦੇ ਵਿੱਚ ਵਿਚਰ ਰਹੇ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵਿਚਰ ਰਹੇ ਨੇ। ਇਸ ਕਰਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਜੋ ਅੰਦੋਲਨ ਕਰਕੇ ਜਾਂ ਪ੍ਰਦਰਸ਼ਨ ਕਰਕੇ ਜੋ ਕੁਝ ਕਨਵੇ ਕਰਨਾ ਚਾਹੁੰਦੇ ਨੇ ਨੌਜਵਾਨ, ਉਹ ਇਕੱਲੇ ਸੰਗਰੂਰ ਦੇ ਵਿੱਚ ਹੀ ਕਨਵੇ ਹੋ ਗਿਆ। ਉੱਥੇ ਉਹਨਾਂ ਨੇ ਕੱਲ੍ਹ ਬਹੁਤ ਜ਼ਬਰਦਸਤ ਪ੍ਰਦਰਸ਼ਨ ਕੀਤਾ। ਅਗਨੀਪਥ ਸਕੀਮ ਜਿਹੜੀ ਹੈ ਉਸ ਦਾ ਵਿਰੋਧ ਕੀਤਾ ਹੈ। ਹੱਥਾਂ ਵਿੱਚ ਤਿਰੰਗੇ ਫੜ ਕੇ ਉਹਨਾਂ ਨੇ ਸੜਕਾਂ ਦੇ ਉੱਤੇ ਮਾਰਚ ਕੀਤਾ ਹੈ ਸ਼ੁੱਕਰਵਾਰ ਦਾ ਦਿਨ ਸਾਰਾ। ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਸਾਨੂੰ 4 ਸਾਲ ਵਾਲਾ ਫਾਰਮੂਲਾ ਹਰਗਿਜ਼ ਮਨਜ਼ੂਰ ਨਹੀਂ। ਸਰਕਾਰ ਇਸ ਸਕੀਮ ਨੂੰ, ਅਗਨੀਪਥ ਯੋਜਨਾ ਨੂੰ ਤੁਰੰਤ ਰੱਦ ਕਰੇ, ਨਹੀਂ ਤਾਂ ਸਰਕਾਰ ਇਸ ਗੱਲ ਨੂੰ ਯਾਦ ਰੱਖੇ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਅੰਦੋਲਨ ਛੇੜਿਆ ਸੀ ਔਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਮੋਰਚੇ ਲਾ ਕੇ ਉਹ 1 ਸਾਲ ਤੋਂ ਵੱਧ ਸਮਾਂ ਉਦੋਂ ਤੱਕ ਬੈਠੇ ਰਹੇ ਜਦੋਂ ਤੱਕ ਉਹ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਗਏ, ਤਾਂ ਫਿਰ ਅਸੀਂ ਉਹਦੇ ਨਾਲੋਂ ਵੀ ਵੱਡਾ ਸੰਘਰਸ਼ ਕਰਾਂਗੇ ਔਰ ਦਿੱਲੀ ਦੇ ਮੋਰਚਿਆਂ ਉੱਤੇ ਜਾ ਕੇ
ਅਸੀਂ ਅੰਦੋਲਨ ਜਿਹੜਾ ਹੈ ਉਹ ਛੇੜਾਂਗੇ। ਇਹ ਜਿਹੜੇ ਪੰਜਾਬ ਦੇ ਨੌਜਵਾਨ ਨੇ ਇਹਨਾਂ ਨੇ ਵੀ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹੜੇ ਕੱਲ੍ਹ ਉੱਥੇ ਪ੍ਰਦਰਸ਼ਨ ਕਰ ਰਹੇ ਸੀ, ਉੱਥੇ ਬੁਲਾਰੇ ਜਿਹੜੇ ਦੱਸ ਰਹੇ ਸੀ, ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸਾਡੇ ਵਿੱਚੋਂ ਵੀ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹੜੇ ਫਿਜ਼ੀਕਲ ਅਤੇ ਮੈਡੀਕਲ ਟੈਸਟ ਪਾਸ ਕਰ ਚੁੱਕੇ ਨੇ। ਉਹਦੇ ਤੋਂ ਬਾਅਦ ਲਗਾਤਾਰ 2 ਸਾਲ ਤੋਂ, ਕਿਉਂਕਿ ਪ੍ਰੀਖਿਆ ਦੀ ਹੀ ਵੇਟ ਕਰ ਰਹੇ ਸੀ ਕਿ ਹੁਣ ਲਿਖਤੀ ਪ੍ਰੀਖਿਆ ਹੋਣੀ ਹੈ, ਔਰ ਲਿਖਤੀ ਪ੍ਰੀਖਿਆ ਦੀ ਉਹ ਵੇਟ ਕਰਦੇ ਸੀ, ਉਹ ਕੋਵਿਡ ਕਰਕੇ ਅੱਗੇ ਤੋਂ ਅੱਗੇ ਟਾਲੀ ਗਈ। ਉਹ ਕਹਿੰਦੇ ਅਸੀਂ ਹੁਣ ਤੱਕ ਇਸ ਆਸ ਦੇ ਵਿੱਚ ਬੈਠੇ ਸੀ ਕਿ ਅੱਜ ਪ੍ਰੀਖਿਆ ਹੋਏਗੀ, ਅੱਜ ਪ੍ਰੀਖਿਆ ਹੋਏਗੀ, ਪਰ ਹੁਣ ਸਰਕਾਰ ਨੇ ਉਹ ਪ੍ਰੀਖਿਆ ਹੀ ਰੱਦ ਕਰ ਦਿੱਤੀ ਤੇ ਨਵੀਂ ਯੋਜਨਾ ਲੈ ਆਂਦੀ। ਤੇ ਦੂਜੀ ਗੱਲ ਇੱਕ ਹੋਰ ਵੀ ਕਹੀ ਹੈ, ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਕਹੀ ਹੈ ਕਿ ਜਦੋਂ 4 ਸਾਲ ਬਾਅਦ ਉੱਥੋਂ ਨੌਜਵਾਨ ਵਾਪਸ ਆਉਣਗੇ, ਫਿਰ ਜਾਂ ਤਾਂ ਕਿਸੇ ਉਹ ਕਾਰਪੋਰੇਟ ਘਰਾਣੇ ਦੀ ਕਿਸੇ ਵੱਡੀ ਉਦਯੋਗ ਵਿੱਚ, ਇੰਡਸਟਰੀ ਦੇ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਨਗੇ, ਜਾਂ ਫਿਰ ਉਹ ਅਸਲੇ ਦੇ ਤਾਂ ਪਹਿਲਾਂ ਟ੍ਰੇਨਡ ਹੋਣੇ ਹੀ ਆ, ਜਾਂ ਫਿਰ ਉਹ ਗੈਂਗਸਟਰ ਬਣਨ ਦੇ ਰਾਹ ਤੁਰ ਸਕਦੇ ਨੇ, ਤੇ ਜਾਂ ਫਿਰ ਬੇਰੁਜ਼ਗਾਰ ਹੋ ਕੇ ਸੜਕਾਂ ਦੇ ਉੱਤੇ ਘੁੰਮਣਗੇ। ਔਰ ਇਹ ਤਿੰਨੇ ਸਥਿਤੀਆਂ ਜਿਹੜੀਆਂ ਨੇ ਇਹ ਦੇਸ਼ ਵਾਸਤੇ ਵੀ ਹਾਨੀਕਾਰਕ ਨੇ, ਸਾਨੂੰ ਵੀ ਮਨਜ਼ੂਰ ਨਹੀਂ। ਸਰਕਾਰ ਨੂੰ ਇਹਦੇ ਵਾਸਤੇ ਜਲਦੀ ਤੋਂ ਜਲਦੀ ਫੈਸਲਾ ਲੈ ਕੇ ਇਸ ਨੂੰ ਰੱਦ ਕਰਨਾ ਚਾਹੀਦਾ ਹੈ। ਇਸ ਮਾਮਲੇ ਉੱਤੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਕਿਹਾ ਕਿ ਇਹ ਜਿਹੜੀ ਸਰਕਾਰ ਯੋਜਨਾ ਲੈ ਕੇ ਆਈ ਹੈ, ਇਹ ਸਿਰਫ ਇੱਕ ਮਾੜੀ ਯੋਜਨਾ ਹੀ ਨਹੀਂ, ਇਹ ਫੌਜ ਦਾ ਅਪਮਾਨ ਹੈ, ਇਸ ਨੂੰ ਰੱਦ ਕਰਨਾ ਚਾਹੀਦਾ ਹੈ। ਫੌਜੀਆਂ ਦਾ ਅਪਮਾਨ ਹੈ, ਇਹਦੇ 'ਚ ਫੌਜੀਆਂ ਦੇ ਸਨਮਾਨ ਵਾਲੀ ਕੋਈ ਗੱਲ ਨਹੀਂ ਹੈ ਜੀ। ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਲਮੇਲ ਬਣਾ ਕੇ ਚੱਲ ਰਹੇ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਸ ਯੋਜਨਾ ਨੂੰ ਬਿਲਕੁਲ ਰੱਦ ਕਰਨਾ ਚਾਹੀਦਾ ਹੈ। ਇਹਦੀ ਨਵੇਂ ਸਿਰੇ ਤੋਂ ਇਹਦਾ ਰਿਵਿਊ ਕਰਕੇ, ਇਹਦੀ ਸਮੀਖਿਆ ਕਰਕੇ, ਔਰ ਨੌਜਵਾਨਾਂ ਦੇ ਪੱਖ ਨੂੰ ਤਰਜੀਹ ਦੇ ਕੇ ਉਸ ਆਧਾਰ ਦੇ ਉੱਤੇ ਅੱਗੇ ਕੋਈ ਨਵੀਂ ਜਿਹੜੀ ਯੋਜਨਾ ਹੈ ਉਹ ਲਿਆਉਣੀ ਚਾਹੀਦੀ ਹੈ, ਤਾਂ ਕਿ ਨੌਜਵਾਨਾਂ ਦਾ ਭਵਿੱਖ ਧੁੰਦਲਾ ਨਾ ਹੋਵੇ, ਖਤਰੇ 'ਚ ਨਾ ਹੋਵੇ। ਪਰ ਜੇ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਫਿਰ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਹੇ ਹਾਂ, ਜਿਸ ਦਿਨ ਤੋਂ 15 ਤਰੀਕ ਤੋਂ ਅੰਦੋਲਨ ਛਿੜਿਆ ਹੈ, ਅੱਜ ਚੌਥਾ ਦਿਨ ਹੋ ਗਿਆ ਇਸ ਗੱਲ ਨੂੰ, ਉਸ ਦਿਨ ਤੋਂ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਦਿਨੋਂ ਦਿਨ ਹੋਰ ਜ਼ਿਆਦਾ ਭੜਕਦਾ ਜਾ ਰਿਹਾ ਹੈ। ਹਰਿਆਣਾ ਦੇ ਵਿੱਚ ਕਿੰਨੇ ਹਜ਼ਾਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਕਿੰਨੇ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ। ਹੁਣ ਪਹਿਲਾਂ ਅੰਦੋਲਨ ਜੇ ਖਤਮ ਹੋਏਗਾ ਤੇ ਫਿਰ ਜਿਹੜੇ ਪਰਚੇ ਦਰਜ ਹੋਏ ਨੇ ਫਿਰ ਉਹਨਾਂ ਦੇ ਖਿਲਾਫ ਫਿਰ ਅੰਦੋਲਨ ਹੋਏਗਾ, ਫਿਰ ਉਹ ਪਰਚੇ ਰੱਦ ਕਰਵਾਉਣ ਵਾਸਤੇ ਵੀ ਨੌਜਵਾਨ ਜਿਹੜੇ ਨੇ ਉਹ ਫਿਰ ਅੰਦੋਲਨ ਕਰਨਗੇ। ਮਤਲਬ ਅੱਗੇ ਤੋਂ ਅੱਗੇ ਫਿਰ ਇਹਦੀਆਂ ਸਥਿਤੀਆਂ ਮੁਸ਼ਕਲ ਹੁੰਦੀਆਂ ਜਾਂਦੀਆਂ। ਪਰ ਅਫਸੋਸ ਦੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕੇਂਦਰ ਸਰਕਾਰ ਅਜੇ ਤੱਕ ਇਸ ਮਾਮਲੇ ਬਾਰੇ ਵਿਚਾਰ ਕਰਨ ਲਈ ਬਿਲਕੁਲ ਰਾਜੀ ਨਹੀਂ। ਸਮੇਤ ਪ੍ਰਧਾਨ ਮੰਤਰੀ ਦੇ, ਸਮੇਤ ਗ੍ਰਹਿ ਮੰਤਰੀ ਦੇ, ਸਮੇਤ ਰੱਖਿਆ ਮੰਤਰੀ ਦੇ ਕਿਸੇ ਵੱਲੋਂ ਵੀ ਇਸ ਸੰਬੰਧ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਨੌਜਵਾਨਾਂ ਨਾਲ ਬੈਠ ਕੇ ਗੱਲ ਕਰਨ ਲਈ ਤਿਆਰ ਹਾਂ ਔਰ ਅਸੀਂ ਇਹਦਾ ਕੋਈ ਹੋਰ ਜਿਹੜਾ ਵੇ ਆਊਟ ਆ ਉਹ ਲੱਭਾਂਗੇ। ਬਲਕਿ ਉਹਨਾਂ ਨੇ ਜਿਹੜੀ ਆਪਣੀ ਤਿਆਰੀ ਹੈ ਫੌਜ ਵਿੱਚ ਭਰਤੀ ਦੀ ਉਹ ਹੋਰ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਾਂ, ਤੁਸੀਂ ਰਿਕਰੂਟਮੈਂਟ ਦੀ ਤਿਆਰੀ ਕਰੋ ਅਤੇ ਰਿਕਰੂਟਮੈਂਟ ਵਾਸਤੇ ਆਓ। ਇਹ ਹੋ ਵੀ ਸਕਦਾ ਹੈ ਕਿ ਕੁਝ ਜਿਹੜੇ ਬਹੁਤ ਜ਼ਿਆਦਾ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨ ਜਾਂ ਬਹੁਤ ਜ਼ਿਆਦਾ ਲੋੜਵੰਦ ਨੇ ਉਹ ਕੁਛ ਫੀਸਦੀ ਜਿਹੜੇ ਨੇ ਉਹ ਇਸ ਗੱਲ ਦੇ ਵਿੱਚ ਆ ਕੇ ਇਸ ਸਕੀਮ ਵਾਸਤੇ ਭਰਤੀ ਹੋਣ ਵਾਸਤੇ ਤਿਆਰ ਵੀ ਹੋ ਜਾਣ। ਪਰ ਅਜੇ ਕੋਈ ਇਸ ਤਰ੍ਹਾਂ ਦੇ ਲੱਛਣ ਨਹੀਂ ਲੱਗਦੇ ਕਿਉਂਕਿ ਬਹੁਤ ਗਿਣਤੀ ਨੌਜਵਾਨ ਜਿਹੜੇ ਨੇ ਉਹ ਇਸ ਦਾ ਵਿਰੋਧ ਹੀ ਕਰ ਰਹੇ ਨੇ। ਜੀ ਸੰਧੂ ਸਾਹਿਬ, ਜਿਹੜੇ ਸਰਸਾ ਡੇਰਾ ਮੁਖੀ ਰਾਮ ਰਹੀਮ ਉਹਨਾਂ ਨੂੰ 1 ਮਹੀਨੇ ਦੀ ਪੈਰੋਲ ਦਿੱਤੀ ਗਈ ਹੈ ਜੀ, ਰਿਹਾ ਹੋ ਗਏ ਨੇ। ਹਾਂਜੀ ਬਿਲਕੁਲ ਜੀ ਵਾਸੂ ਜੀ, ਡੇਰਾ ਮੁਖੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਉਹ ਰਿਹਾ ਹੋ ਕੇ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਇੱਕ ਆਸ਼ਰਮ ਹੈ, ਬਾਗਪਤ ਆਸ਼ਰਮ, ਉੱਥੇ ਪਹੁੰਚ ਗਏ ਨੇ। ਇਹ 5 ਮਹੀਨਿਆਂ ਦੇ ਵਿੱਚ ਇਹ ਦੂਜੀ ਵਾਰ ਹੈ ਕਿ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਦੋਂ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਸੀ, ਖਾਸ ਕਰਕੇ ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਸੀ, ਉਸ ਦੌਰਾਨ ਉਹਨਾਂ ਨੂੰ 21 ਦਿਨ ਦੀ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ ਸੀ। ਔਰ ਉਸ ਵੇਲੇ ਕਾਫੀ ਵਿਵਾਦ ਇਹਦੇ ਉੱਤੇ ਛਿੜਿਆ ਸੀ ਕਿ ਇਹ ਜਿਹੜੀ ਪੈਰੋਲ ਹੈ ਇਹ ਕਿਉਂ ਦਿੱਤੀ ਗਈ ਹੈ ਜੀ। ਔਰ ਕਾਫੀ ਵਿਰੋਧੀ ਪਾਰਟੀਆਂ ਨੇ ਇਹਦੇ ਉੱਤੇ ਨਿਸ਼ਾਨੇ ਲਾਏ ਸੀ ਕਿ ਸਰਕਾਰ ਜਿਹੜੀ ਆ ਉਹ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਅਦ ਵਿੱਚ ਇਹ ਵੀ ਖਬਰਾਂ ਆਈਆਂ ਸੀ ਕਿ ਉਹਦੇ ਬਾਹਰ ਆਉਣ ਨਾਲ ਇਸ ਤਰ੍ਹਾਂ ਦੀ ਕੁਛ ਡੇਰਾ ਦੇ ਜਿਹੜੇ ਸ਼ਰਧਾਲੂ ਸੀ, ਪੈਰੋਕਾਰ ਸੀ, ਇਸ ਤਰ੍ਹਾਂ ਦੀ ਉਹਦੇ 'ਚ ਯੋਜਨਾ ਬਣਾਈ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਹਮਾਇਤ ਦਿੱਤੀ ਜਾਵੇ। ਔਰ ਕਿਸ ਨੂੰ ਦਿੱਤੀ ਗਈ, ਕਿਸ ਨੂੰ ਨਹੀਂ ਦਿੱਤੀ ਗਈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਵਿੱਚ ਉਹਨੂੰ ਕੋਈ ਖਾਸ ਉਹਦਾ ਲਾਭ ਨਹੀਂ ਹੋਇਆ ਜੀ।
ਔਰ ਹੁਣ ਉਸ ਤੋਂ ਬਾਅਦ ਜਿਹੜੀ ਫੇਰ ਪੈਰੋਲ ਦਿੱਤੀ ਗਈ ਹੈ 30 ਦਿਨ ਦੀ, ਇਹਦੇ ਨਾਲ ਹਰਿਆਣਾ ਸਰਕਾਰ ਜਿਹੜੀ ਹੈ ਉਹਦੇ ਉੱਤੇ ਫੇਰ ਕਿੰਤੂ ਪਰੰਤੂ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਨੇ ਕਿ ਇਹ 30 ਦਿਨ ਦੀ ਜਿਹੜੀ ਪੈਰੋਲ ਆ ਇਹ ਕਿਵੇਂ ਦਿੱਤੀ ਗਈ। ਇਸ ਤੋਂ ਪਹਿਲਾਂ ਇਹ ਵੀ ਪਤਾ ਲੱਗਿਆ ਕਿ ਜੇਲ੍ਹ ਦੇ ਨਿਯਮਾਂ ਦੇ ਵਿੱਚ ਕੁਝ ਅਦਲਾ ਬਦਲੀ ਵੀ ਕੀਤੀ ਗਈ ਹੈ। ਹੁਣ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੋਵੇਗੀ, ਜਦੋਂ ਕਿ ਪਿਛਲੀ ਵਾਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਪਾਬੰਦੀ ਸੀ ਕਿ ਜੇ ਉਹ ਗੁਰੂਗ੍ਰਾਮ ਦੇ ਆਪਣੇ ਆਸ਼ਰਮ ਦੇ ਵਿੱਚ ਠਹਿਰੇ ਸੀ ਤੇ ਉਹ ਉਸ ਤੋਂ ਬਾਹਰ ਨਹੀਂ ਜਾ ਸਕਦੇ। ਉਹਨਾਂ ਦੇ ਉੱਤੇ ਬੜਾ ਸਖਤ ਸੁਰੱਖਿਆ ਘੇਰਾ ਸੀਗਾ, ਜਿਹਨੇ ਕਿਸੇ ਨੇ ਗੱਲ ਕਰਨੀ ਆ ਉਹ ਉੱਥੇ ਆ ਕੇ ਉਸ ਸੁਰੱਖਿਆ ਘੇਰੇ ਦੇ ਵਿੱਚ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਗੱਲਬਾਤ ਕਰ ਸਕਦਾ ਸੀ, ਉਸ ਤਰ੍ਹਾਂ ਨਹੀਂ। ਹੁਣ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਉਹਨਾਂ ਦੇ ਉੱਤੇ, ਕੋਈ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਸੁਰੱਖਿਆ ਘੇਰਾ ਨਹੀਂ। ਉਹ ਆਪਣੇ ਜਿਹੜੇ ਪ੍ਰਵਚਨ ਆ ਉਹ ਵੀ ਕਰ ਸਕਦੇ ਨੇ, ਮੀਟਿੰਗ ਬੈਠਕ ਲੋਕਾਂ ਨੂੰ ਮਿਲ ਗਿਲ ਸਕਦੇ ਨੇ। ਹਜੇ ਕਿ ਉਹਨਾਂ ਨੇ ਬਾਹਰ ਨਿਕਲਦੇ ਸਾਰ ਹੀ ਜਦੋਂ ਉਹ ਬਾਗਪਤ ਪਹੁੰਚੇ ਨੇ ਤਾਂ ਉਹਨਾਂ ਨੇ ਪੌਣੇ 2 ਮਿੰਟ ਦੀ ਇੱਕ ਵੀਡੀਓ ਰਿਕਾਰਡ ਕਰਕੇ ਇੱਕ ਸੰਦੇਸ਼ ਆਪਣੇ ਸ਼ਰਧਾਲੂਆਂ ਨੂੰ, ਪੈਰੋਕਾਰਾਂ ਨੂੰ ਇਹ ਦਿੱਤਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਗੁਰੂ ਜੀ ਕਦੋਂ ਬਾਹਰ ਆਓਗੇ, ਪਿਤਾ ਜੀ ਕਦੋਂ ਬਾਹਰ ਆਓਗੇ, ਅਤੇ ਦੇਖੋ ਮੈਂ ਪ੍ਰਭੂ ਦੀ ਕਿਰਪਾ ਦੇ ਨਾਲ ਬਾਹਰ ਆ ਗਿਆ, ਹੁਣ ਤੁਹਾਡੇ ਸਾਹਮਣੇ ਆ। ਉਹਨਾਂ ਨੇ ਆਪ ਹੀ ਇਹ ਸੰਦੇਸ਼ ਜਾਰੀ ਕਰਕੇ ਸਾਰੇ ਪੈਰੋਕਾਰਾਂ ਨੂੰ ਦੱਸਿਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਸਬਰ ਤੋਂ ਕੰਮ ਲੈਣਾ ਹੈ, ਕਾਨੂੰਨ ਦਾ ਪਾਲਣ ਕਰਨਾ ਹੈ, ਔਰ ਤੁਸੀਂ ਫਟਾਫਟ ਜਿਹੜਾ ਹੈ ਮਿਲਣ ਵਾਸਤੇ ਮੈਨੂੰ ਨਹੀਂ ਆਉਣਾ, ਬਾਗਪਤ ਵੱਲ ਨੂੰ ਦੌੜਾਂ ਨਹੀਂ ਲਾਉਣੀਆਂ, ਤੁਸੀਂ ਅਜੇ ਆਪੋ ਆਪਣੇ ਘਰਾਂ 'ਚ ਟਿਕ ਕੇ ਬੈਠੋ। ਜੋ ਅਗਲਾ ਪ੍ਰੋਗਰਾਮ ਹੋਵੇਗਾ ਉਹ ਤੁਹਾਨੂੰ ਦੱਸਿਆ ਜਾਏਗਾ, ਇਸ ਦੌਰਾਨ ਤੁਸੀਂ ਘਰਾਂ 'ਚ ਰਹਿ ਕੇ ਹੀ ਨਾਮ ਸਿਮਰਨ ਕਰੋ। ਇਸ ਤਰ੍ਹਾਂ ਦਾ ਉਹਨਾਂ ਨੇ ਸੰਦੇਸ਼ ਜਿਹੜਾ ਉਹ ਦਿੱਤਾ ਹੈ। ਸਰਕਾਰ ਨੇ ਨਿਯਮਾਂ ਦੇ ਵਿੱਚ ਇਹਦੇ ਅਦਲਾ ਬਦਲੀਆਂ ਕੀਤੀਆਂ ਨੇ, ਔਰ ਅੱਗੋਂ ਇਹ ਗੱਲ ਜਿਹੜੀ ਹੈ ਇਹ ਵੀ ਉਹਦੇ ਨਾਲ ਜੋੜੀ ਜਾ ਰਹੀ ਹੈ ਕਿ ਕਿਉਂਕਿ 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਉਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਹੈ। ਡੇਰਾ ਸਿਰਸਾ ਜਿਹੜਾ ਹੈ ਉਹ ਬੜਾ ਮਸ਼ਹੂਰ ਹੈ, ਔਰ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨੇ ਉਹਨਾਂ ਦੇ। ਬਾਕੀ ਦਾ ਸਾਰਾ ਪਰਿਵਾਰ ਜਿਹੜਾ ਡੇਰਾ ਮੁਖੀ ਦਾ ਉਹ ਉੱਥੇ ਸਿਰਸਾ ਦੇ ਵਿੱਚ ਹੀ ਬੈਠਾ ਹੈ। ਔਰ ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚ ਵਾਸੂ ਜੀ ਸਾਹਮਣੇ ਆਈ ਹੈ ਕਿ ਜਿਹੜਾ ਡੇਰਾ ਦੇ ਜਿਹੜੇ ਪ੍ਰਬੰਧਕ ਨੇ, ਪ੍ਰਬੰਧਕ ਕਮੇਟੀ ਹੈ ਜਿਹੜੀ ਮੈਨੇਜਮੈਂਟ ਹੈ ਡੇਰੇ ਦੀ, ਉਹਦੇ ਦਰਮਿਆਨ ਅਤੇ ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ ਉਹਨਾਂ ਦੇ ਪਰਿਵਾਰ ਦਰਮਿਆਨ ਕੁਝ ਤਕਰਾਰ ਵਿਵਾਦ ਜਿਹੜਾ ਉਹ ਚੱਲ ਰਿਹਾ ਹੈ। ਔਰ ਇਸ ਕਰਕੇ ਗੱਲ ਇਹ ਵੈਸੇ ਦੱਸੀ ਗਈ ਹੈ ਕਿ ਇਸ ਵਿਵਾਦ ਨੂੰ ਸੁਲਝਾਉਣ ਵਾਸਤੇ ਉਹ ਬਾਹਰ ਆਏ ਨੇ ਤਾਂ ਕਿ ਮੈਂ ਬਾਹਰ ਜਾ ਕੇ ਆਪਣੇ ਪਰਿਵਾਰ ਵਿੱਚ ਅਤੇ ਮੈਨੇਜਮੈਂਟ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਉਸ ਨੂੰ ਸੁਲਝਾਵਾਂ। ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਡੇਰੇ ਦੇ ਵਿੱਚ ਕੁਝ ਪ੍ਰਬੰਧਕ, ਕੁਝ ਲੋਕ ਜਿਹੜੇ ਨੇ ਉਹ ਡੇਰੇ ਦੇ ਨਾਂ ਦੇ ਉੱਤੇ ਚੰਦਾ ਇਕੱਠਾ ਕਰ ਰਹੇ ਨੇ, ਪੈਸਾ ਇਕੱਠਾ ਕਰ ਰਹੇ ਨੇ, ਔਰ ਉਸ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਦੂਜੇ ਪਾਸੇ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਨੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਕੋਈ ਚੰਦਾ ਨਹੀਂ ਇਕੱਠਾ ਕੀਤਾ। ਜਿਹੜੇ ਵਿਕਾਸ ਕਾਰਜ ਡੇਰੇ ਵੱਲੋਂ ਚੱਲ ਰਹੇ ਨੇ 136 ਕਿ 120 ਦੇ ਕਰੀਬ ਦੱਸੇ ਗਏ ਨੇ ਵਿਕਾਸ ਕਾਰਜ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਸਵੈ ਇੱਛਾ ਨਾਲ ਲੋਕ ਪੈਸਾ ਦੇ ਰਹੇ ਨੇ ਉਹ ਪੈਸਾ ਹੀ ਲਾਇਆ ਜਾ ਰਿਹਾ ਹੈ, ਕਿਸੇ ਕੋਲੋਂ ਚੰਦਾ ਮੰਗਿਆ ਨਹੀਂ ਜਾ ਰਿਹਾ। ਦੋ ਗੱਲਾਂ। ਤੀਜੀ ਗੱਲ ਇਹ ਹੈ ਕਿ ਪਰਿਵਾਰ ਵਾਲੇ ਜਿਹੜੇ ਨੇ ਉਹਨਾਂ ਵਿੱਚੋਂ ਕੋਈ ਮੈਂਬਰ ਵੀ ਇੱਥੇ ਮਿਲਣ ਵਾਸਤੇ ਉਹਨਾਂ ਨੂੰ ਨਹੀਂ ਆਇਆ। ਜਦੋਂ ਇਹ ਵਿਵਾਦ ਚੱਲ ਰਿਹਾ ਸੀ ਇਸ ਦੌਰਾਨ ਜਿਹੜੀਆਂ ਰਾਮ ਰਹੀਮ ਹੋਰਾਂ ਦੀਆਂ 2 ਬੇਟੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹੈ ਉਹ ਬਾਹਰ ਚਲੀ ਗਈ ਹੈ, ਦੂਜਾ ਪਰਿਵਾਰ ਜਿਹੜਾ ਹੈ ਉਹ ਵੀ ਬਾਹਰ ਜਾਣ ਲਈ ਮਤਲਬ ਤਿਆਰ ਬੈਠਾ ਹੈ। ਉੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਡੇਰੇ ਦੇ ਵਿੱਚ ਹੀ ਕੁਝ ਲੋਕ ਜਿਹੜੇ ਨੇ ਉਹ ਪਰਿਵਾਰ ਦੇ ਖਿਲਾਫ ਸਾਜ਼ਿਸ਼ ਰਚ ਰਹੇ ਨੇ, ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੁਝ ਸਕੀਮਾਂ ਘੜ ਰਹੇ ਨੇ ਕਿ ਉਹਨਾਂ ਨੂੰ ਡੇਰੇ ਤੋਂ ਬਾਹਰ ਕੀਤਾ ਜਾਵੇ। ਹੁਣ ਜੇ ਉਹ ਆਪ ਹੀ ਵਿਦੇਸ਼ 'ਚ ਚਲੇ ਜਾਂਦੇ ਨੇ ਤੇ ਫਿਰ ਤੇ ਡੇਰਾ ਜਿਹੜੇ ਪ੍ਰਬੰਧਕ ਜਾਂ ਸ਼ਰਾਰਤੀ ਲੋਕ ਇਹ ਸੋਚਦੇ ਨੇ ਉਹਨਾਂ ਦਾ ਰਾਹ ਹੋਰ ਪੱਧਰਾ ਹੋ ਜਾਏਗਾ। ਇਸ ਸੰਬੰਧ ਦੇ ਵਿੱਚ ਵੀ ਡੇਰਾ ਮੁਖੀ ਨੇ ਬਾਹਰ ਆ ਕੇ ਅਪੀਲ ਕੀਤੀ ਹੈ ਕਿ ਜੋ ਵੀ ਗੱਲਬਾਤ ਹੋਏਗੀ, ਜੋ ਵੀ ਮਸਲਾ ਹੋਏਗਾ ਉਹ ਸੁਲਝਾ ਲਿਆ ਜਾਏਗਾ। ਸਾਰਿਆਂ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ, ਸ਼ਾਂਤਮਈ ਢੰਗ ਦੇ ਨਾਲ ਸਾਰੀ ਗੱਲ ਕਰਨੀ ਚਾਹੀਦੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ 30 ਦਿਨ ਦੀ ਪੈਰੋਲ ਦੇ ਉੱਤੇ ਆਏ ਨੇ ਤਾਂ ਉਹ ਇਸ ਮਾਮਲੇ ਨੂੰ ਸੁਲਝਾਉਣ ਵਾਸਤੇ ਹੀ ਆਏ ਨੇ, ਜਦ ਕਿ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਇਹਨਾਂ ਦੀ ਰਿਹਾਈ ਦਾ ਮਨੋਰਥ ਜਿਹੜਾ ਹੈ ਉਹ ਹਰਿਆਣਾ ਦੀ ਸਰਕਾਰ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਉਹਨਾਂ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਕੁਝ ਇਸ ਤਰ੍ਹਾਂ ਦੀ ਗਿੱਟ-ਮਿੱਟ ਹੋਈ ਬਾਰੇ ਵੀ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਹਾਲਾਂਕਿ ਉਹ 25 ਅਗਸਤ 2017 ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਜਿਨ੍ਹਾਂ ਦੇ ਉੱਤੇ ਯੌਨ ਸ਼ੋਸ਼ਣ ਦੇ ਮਾਮਲੇ ਦੌਰਾਨ ਅਤੇ 2 ਕਤਲਾਂ ਦੇ ਸੰਬੰਧ ਵਿੱਚ ਵੀ ਉਹਨਾਂ ਨੂੰ ਸਜ਼ਾ ਹੋਈ ਹੈ, ਉਹ ਸਜ਼ਾ ਭੁਗਤ ਰਹੇ ਨੇ।
ਜੀ ਹੁਣ ਉਹਨਾਂ ਨੇ ਅਗਲਾ ਪ੍ਰੋਗਰਾਮ ਜਾਰੀ ਕਰਨ ਬਾਰੇ ਅਜੇ ਜਿਹੜਾ ਕੁਝ ਨਹੀਂ ਦੱਸਿਆ। ਉਹਨਾਂ ਨੇ ਡੇਰੇ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ, ਪਰਿਵਾਰ ਨੂੰ ਵੀ ਅਤੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਸੀਂ ਜਲਦੀ ਹੀ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਤੁਹਾਨੂੰ ਜਾਰੀ ਕਰਾਂਗੇ। ਇਸ ਦੌਰਾਨ ਉਹਨਾਂ ਦੇ ਨਾਲ ਸਿਰਫ ਜਿਹੜੀ ਇੱਕ ਉਹਨਾਂ ਦੀ ਮੂੰਹ ਬੋਲੀ ਬੇਟੀ ਹੈ ਹਨੀਪ੍ਰੀਤ, ਉਹ ਸ਼ਾਮਲ ਹੋਈ ਹੈ। ਇੱਕ ਉਹਨਾਂ ਦਾ ਕੋਈ ਚਚੇਰਾ ਭਰਾ ਜਿਹੜਾ ਉਹ ਦੱਸਿਆ ਜਾਂਦਾ ਉਹ ਸ਼ਾਮਲ ਹੋਇਆ। ਉਹ ਦੋਵੇਂ ਹੀ ਉਹਨਾਂ ਦੇ ਨਾਲ ਨੇ। ਹੋਰ ਕੋਈ ਪਰਿਵਾਰਕ ਮੈਂਬਰ ਜਾਂ ਸ਼ਰਧਾਲੂ ਜਾਂ ਪ੍ਰਬੰਧਕ ਕਮੇਟੀ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਉਹਨਾਂ ਦੇ ਕੋਲ ਨਹੀਂ ਪਹੁੰਚਿਆ। ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਕੁਝ ਹੋਰ ਖੁਲਾਸਾ ਹੋ ਸਕਦਾ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਦੇਖ ਕੇ ਕਿ ਉਹ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਕਰਦੇ ਨੇ, ਕੀ ਕੰਮ ਕਰਦੇ ਨੇ, ਕਿੱਥੇ ਜਾਂਦੇ ਆਉਂਦੇ ਨੇ। ਉਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਪੈਰੋਲ ਦਾ ਅਸਲ ਮਕਸਦ ਜਿਹੜਾ ਉਹ ਸਿਰਫ ਡੇਰੇ ਦੇ ਵਿਵਾਦ ਨੂੰ ਸੁਲਝਾਉਣਾ ਹੈ ਕਿ ਸਰਕਾਰ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਸਿਆਸੀ ਲਾਹਾ ਪਹੁੰਚਾਉਣਾ ਵੀ ਹੈ। ਜੀ ਤੇ ਸੰਧੂ ਸਾਹਿਬ, ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਉਹਨਾਂ ਤੇ ਦੋਸ਼ ਲੱਗੇ ਕਿ ਇਲੀਗਲ ਮਾਈਨਿੰਗ ਦੇ ਵਿੱਚ ਉਹਨਾਂ ਦਾ ਹੱਥ ਸੀ ਤੇ ਗ੍ਰਿਫਤਾਰ ਕੀਤਾ ਗਿਆ ਜੀ ਉਹਨਾਂ ਨੂੰ। ਇਸ ਗੱਲ ਦੀ ਸੰਭਾਵਨਾ ਤਾਂ ਵਾਸੂ ਜੀ 8 ਜੂਨ ਨੂੰ ਖਬਰਾਂ ਆਈਆਂ ਸਨ ਅਤੇ 8 ਜੂਨ ਨੂੰ ਬਣ ਗਈ ਸੀ ਜਦੋਂ ਉਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਇੱਕ ਉਹ ਕ੍ਰਸ਼ਰ ਕੋਈ ਚੱਲ ਰਿਹਾ ਉੱਥੇ, ਜਿੱਥੋਂ ਰੇਤਾ ਕੱਢ ਕੇ ਅੱਗੇ ਭੇਜੀ ਜਾਂਦੀ ਆ। ਹਾਲਾਂਕਿ ਜਿਹੜੇ ਇਲਾਕੇ ਦੇ ਵਿੱਚ ਉਹ ਰਹਿਣ ਵਾਲੇ ਨੇ, ਭੂਆ ਇਲਾਕਾ ਹੈ, ਪਠਾਨਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, ਉਹ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦਾ ਕੰਮ ਚੱਲਦਾ ਹੈ, ਠੇਕੇ ਦਾ ਕੰਮ ਚੱਲਦਾ ਹੈ। ਉੱਥੇ ਤੁਸੀਂ ਦੇਖੋ ਜਾ ਕੇ ਤਾਂ ਦਿਹਾੜੀ ਦੇ ਵਿੱਚ ਸੈਂਕੜੇ ਟਰੱਕ ਜਿਹੜੇ ਨੇ ਉੱਥੋਂ ਰੇਤਾ ਦੇ ਭਰਤੀ ਹੋ ਕੇ ਭਰ ਕੇ ਜਿਹੜੇ ਉਹ ਨਿਕਲ ਕੇ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬ ਦੇ ਉਹ ਜਾਂਦੇ ਨੇ। ਔਰ ਜੋਗਿੰਦਰ ਪਾਲ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਸਿਰਫ ਉਹ 10ਵੀਂ ਪਾਸ ਹੈਗਾ ਉਹ, ਅਤੇ ਥੋੜ੍ਹੇ 5 ਸਾਲਾਂ ਦੇ ਵਿੱਚ ਹੀ ਉਹਦੀ ਜਿਹੜੀ ਜਾਇਦਾਦ ਹੈ ਉਹ 300% ਵੱਧ ਕੇ 18 ਕਰੋੜ ਤੱਕ ਪਹੁੰਚ ਗਈ ਹੈ। ਉਹ ਕਿਵੇਂ ਪਹੁੰਚ ਗਈ ਹੈ? ਪਹਿਲਾਂ ਉਸ ਨੂੰ ਬਿਲਕੁਲ ਆਮ ਜਿਹੜਾ ਵਿਅਕਤੀ ਉਹ ਸਮਝਿਆ ਜਾਂਦਾ ਸੀ, 10ਵੀਂ ਪਾਸ ਹੈ, ਇੱਕ ਆਮ ਵਿਅਕਤੀ ਹੈ। ਔਰ ਉਹ ਜਦੋਂ ਜਿੱਤ ਗਿਆ, MLA ਬਣ ਗਿਆ, ਅਤੇ ਉਸ ਤੋਂ ਬਾਅਦ ਉਹਦੇ ਉੱਤੇ ਇਸ ਤਰ੍ਹਾਂ ਦੇ ਕਿੰਤੂ ਪਰੰਤੂ ਜਿਹੜੇ ਉਹ ਕੀਤੇ ਜਾ ਰਹੇ ਨੇ ਹੁਣ ਕਿ ਇੰਨੀ ਵੱਡੀ ਜਾਇਦਾਦ ਜਿਹੜੀ ਉਹਨਾਂ ਨੇ ਉਹ ਨਜਾਇਜ਼ ਮਾਈਨਿੰਗ ਤੋਂ ਬਣਾਈ ਹੈ। ਜਿਸ ਦਿਨ ਉਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਜਿਹੜਾ ਕ੍ਰਸ਼ਰ ਚੱਲ ਰਿਹਾ ਉਹਦੇ ਉੱਤੇ ਛਾਪਾ ਮਾਰਿਆ ਗਿਆ ਸੀ, ਉਸ ਦਿਨ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਗਈਆਂ ਸੀ ਕਿ ਸ਼ਾਇਦ ਜੋਗਿੰਦਰ ਪਾਲ ਜੈਨ ਨੂੰ ਜਾਂ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਤਾਂ ਜੋਗਿੰਦਰ ਪਾਲ ਨੇ ਆਪਣੀ ਜ਼ਮਾਨਤ ਵਾਸਤੇ ਦਰਖਾਸਤ ਲਾਈ ਸੀ ਅਦਾਲਤ ਦੇ ਵਿੱਚ, ਪਰ ਉਸ ਦੀ ਸੁਣਵਾਈ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਹਜੇ ਕਿ ਕਾਂਗਰਸ ਵਾਲਿਆਂ ਵੱਲੋਂ ਫਿਰ ਉਹੀ ਕਿਹਾ ਜਾ ਰਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖੋਰੀ ਦੇ ਅਧੀਨ ਕੀਤਾ ਜਾ ਰਿਹਾ ਹੈ। ਉਹ ਪਿਛਲੇ ਦਿਨੀ ਵੀ ਚਰਚਾ ਦੇ ਵਿੱਚ ਉਸ ਵੇਲੇ ਆਏ ਸੀਗੇ, ਇਹ ਕਾਫੀ ਜਿਸ ਵੇਲੇ ਜੇ ਕਾਂਗਰਸ ਦਾ ਰਾਜ ਸੀ ਉਸ ਵੇਲੇ ਦੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਸੀਗਾ ਕਿ ਤੁਸੀਂ ਇਸ ਮਾਮਲੇ ਦੇ ਬਾਰੇ ਤੁਹਾਡਾ ਕੀ ਕਹਿਣਾ, ਤਾਂ ਉਹਨਾਂ ਨੇ ਸ਼ਰੇਆਮ ਪਬਲਿਕਲੀ ਉਸ ਪੱਤਰਕਾਰ ਨੂੰ ਥੱਪੜ ਮਾਰ ਦਿੱਤਾ ਸੀ। ਔਰ ਬਹੁਤ ਵੱਡਾ ਉਹ ਵਿਵਾਦ ਫੈਲਿਆ ਸੀ ਇਸ ਗੱਲ ਦੇ ਉੱਤੇ, ਔਰ ਬਿਲਕੁਲ ਵਾਜਬ ਸਵਾਲ ਸੀ ਜਿਸ ਦਾ ਜਵਾਬ ਦੇਣ ਤੋਂ ਉਹ ਉਹਨਾਂ ਨੇ ਭੜਕ ਪਏ, ਇੱਕਦਮ ਗੁੱਸੇ ਦੇ ਵਿੱਚ ਆ ਗਏ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਉਹਨੂੰ ਥੱਪੜ ਮਾਰ ਦਿੱਤਾ। ਉਦੋਂ ਬਹੁਤ ਜ਼ਿਆਦਾ ਉਹ ਚਰਚਾ ਦੇ ਵਿੱਚ ਆਏ ਸੀਗੇ, ਅਤੇ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੇ ਉੱਤੇ ਰੇਡ ਪਈ ਹੈ ਅਤੇ ਉਦੋਂ ਫਿਰ ਉਹ ਚਰਚਾ ਵਿੱਚ ਆਏ। ਅਤੇ ਹੁਣ ਤੀਜੀ ਗੱਲ ਇਹ ਹੋਈ ਹੈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ। ਹੁਣ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇਹ ਕਦੋਂ ਕ੍ਰਸ਼ਰ ਲਾਇਆ, ਕਦੋਂ ਇਹ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ, ਇਹਦੇ ਵਿੱਚ ਕੌਣ ਕੌਣ ਭਾਈਵਾਲ ਹੈ, ਅਤੇ ਹੁਣ ਤੱਕ ਉਹ ਕਿੰਨਾ ਜਿਹੜਾ ਪੈਸਾ ਇਹਦੇ ਵਿੱਚ ਕਮਾ ਚੁੱਕੇ ਆ, ਔਨ ਰਿਕਾਰਡ ਆਫ ਰਿਕਾਰਡ ਕੀ ਹੈਗਾ। ਇਹ ਸਾਰੀਆਂ ਜਾਣਕਾਰੀਆਂ ਉਹਨਾਂ ਤੋਂ ਲਈਆਂ ਜਾਣਗੀਆਂ। ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨ ਹੀ ਇਸ਼ਾਰਾ ਕੀਤਾ ਸੀਗਾ, ਨਾ ਸਿਰਫ ਇਸ਼ਾਰਾ ਕੀਤਾ ਸੀ ਬਲਕਿ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਬਹੁਤ ਸਾਰੇ ਜਿਹੜੇ ਕਾਂਗਰਸੀ ਨੇ ਉਹ ਰਡਾਰ ਉੱਤੇ ਨੇ ਔਰ ਉਹਨਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋ ਸਕਦੀ ਹੈ। ਅਜੇ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਇਸ ਗੱਲ ਲਈ ਭੱਜੇ ਫਿਰਦੇ ਨੇ ਜ਼ਮਾਨਤਾਂ ਕਰਾਉਣ ਵਾਸਤੇ ਜਾਂ ਇਸ ਮਸਲੇ ਤੋਂ ਛੁਟਕਾਰਾ ਪ੍ਰਾਪਤ ਕਰਨ ਵਾਸਤੇ, ਪਰ ਸਰਕਾਰ ਜਿਹੜੀ ਹੈ ਉਹਦੇ ਕੋਲ ਬਾਕੀ ਸਾਰੇ ਸਵਾਲਾਂ ਦੇ ਜਵਾਬ ਵਜੋਂ ਇੱਕ ਇਹੀ ਜਵਾਬ ਜਿਹੜਾ ਸਰਕਾਰ ਦੇ ਹੱਥ ਵਧੀਆ ਲੱਗਿਆ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਜਾਂ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ। ਜਦੋਂ ਉਹਨਾਂ ਤੋਂ ਇਹ ਪੁੱਛਿਆ ਜਾਂਦਾ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਦਾ ਕੀ ਬਣਿਆ, ਸਾਡੇ ਵਾਅਦਿਆਂ ਦਾ ਕੀ ਬਣਿਆ ਜਿਹੜੇ ਤੁਸੀਂ ਸਾਡੇ ਨਾਲ ਕੀਤੇ ਸੀ, ਔਰ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਕੀ ਬਣਿਆ, ਅਤੇ ਉਸ ਸੰਬੰਧ ਦੇ ਵਿੱਚ ਹੁਣ ਜਿਹੜਾ ਸਰਕਾਰ ਹੈ ਉਹ ਇਹ ਚੀਜ਼ਾਂ ਪੇਸ਼ ਕਰ ਰਹੀ ਹੈ ਕਿ ਅਸੀਂ ਗੈਂਗਸਟਰਾਂ ਨੂੰ ਫੜ ਰਹੇ ਹਾਂ, ਅਸੀਂ ਜਿਹੜਾ ਰੇਤ ਖਨਨ ਮਾਫੀਆ ਉਸ ਨੂੰ ਫੜ ਰਹੇ ਹਾਂ, ਭ੍ਰਿਸ਼ਟ ਲੋਕਾਂ ਨੂੰ ਫੜ ਰਹੇ ਹਾਂ, ਅਸੀਂ ਪੰਜਾਬ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਵਾਲੇ ਪਾਸੇ ਚੱਲ ਰਹੇ ਹਾਂ। ਆਮ ਆਦਮੀ ਪਾਰਟੀ ਜਿਹੜੀ ਆ ਅੱਜ ਕੱਲ੍ਹ ਉਹ ਸਾਰਾ ਧਿਆਨ ਉਹਨਾਂ ਦਾ ਇਸ ਗੱਲ ਉੱਤੇ ਕੇਂਦਰਿਤ ਹੈ, ਔਰ ਸੰਗਰੂਰ ਚੋਣ ਦੇ ਵਿੱਚ ਵੀ ਇਹੀ ਗੱਲਾਂ ਜਿਹੜੀਆਂ ਉੱਭਰ ਕੇ ਵਾਰ-ਵਾਰ ਸਾਹਮਣੇ ਆ ਰਹੀਆਂ ਨੇ। ਹਾਂਜੀ,
ਸੰਧੂ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਵੀ ਜਿਹੜੀ ਪੰਜਾਬ ਦੇ ਵਿੱਚ ਗੈਂਗਸਟਰਸ ਦੀ ਸਮੱਸਿਆ ਵੀ ਇਹ ਅੱਜ ਨਹੀਂ ਪੈਦਾ ਹੋਈ, ਇਹ ਤਾਂ ਪੁਰਾਣੀ ਗੱਲ ਹੈ, ਇਹ ਤਾਂ ਕਾਂਗਰਸ ਤੇ ਅਕਾਲੀ ਦਲ ਦੇ ਸਮੇਂ ਦੀ ਸਮੱਸਿਆ ਹੈ। ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਸਿਆਸੀ ਲੋਕ ਹੁੰਦੇ ਆ ਨਾ, ਇਹਨਾਂ ਦਾ ਉਹ ਸਥਿਤੀ ਹੁੰਦੀ ਹੈ ਕਿ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਇਹਨਾਂ ਨੇ ਬੜਾ ਕੁਝ ਦੇਖਣਾ ਹੁੰਦਾ ਹੈ ਕਿ ਇਸ ਮੌਕੇ 'ਤੇ ਹੁਣ ਸਥਿਤੀ ਕੀ ਹੈ, ਸਮਾਂ ਕੀ ਹੈ, ਹਾਲਾਤ ਕੀ ਨੇ, ਇਹਦੇ ਵਿੱਚ ਕੀ ਗੱਲ ਕਰਨੀ ਹੈ। ਜੀ, ਸਿੱਧੂ ਮੂਸੇਵਾਲਾ ਕਤਲकांड ਜਿਹੜਾ ਉਹ ਸਰਕਾਰ ਵਾਸਤੇ ਬੜੀ ਵੱਡੀ ਮੁਸ਼ਕਲ ਸਥਿਤੀ ਪੈਦਾ ਕਰ ਰਿਹਾ ਅੱਜ ਵੀ। ਉਹ ਇਸ ਕਰਕੇ ਕਿ ਬੇਸ਼ੱਕ ਇਹਨਾਂ ਨੇ ਜੋ ਮਰਜ਼ੀ ਕੀਤਾ ਹੋਵੇ, ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਵਾਸਤੇ ਲਿਆਏ ਹੋਣ, ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੋਵੇ, ਔਰ ਕਈ ਹੋਰ ਜਿਹੜੇ 8-9 ਗੈਂਗਸਟਰ ਨੇ ਉਹ ਫੜੇ ਹੋਏ ਨੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਲ੍ਹਾਂ 'ਚ ਜਿਹੜੇ ਬੰਦ ਨੇ ਉਹਨਾਂ ਨੂੰ ਵੀ ਬਾਹਰ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਸਰਕਾਰ ਜਿਹੜੀ ਹੈ ਜਾਂ ਪੁਲਿਸ ਹੈ ਪੰਜਾਬ ਦੀ, ਉਹ ਅਜੇ ਤੱਕ ਉਹਨਾਂ ਦਾ ਹੱਥ ਉੱਥੇ ਤੱਕ ਨਹੀਂ ਪਹੁੰਚਿਆ ਜਿੱਥੇ ਉਹ ਲੋਕ ਬੈਠੇ ਨੇ, ਉਹ ਜਿੰਨੇ ਵੀ ਨੇ 7 ਨੇ ਜਾਂ 8 ਨੇ ਜਾਂ 4 ਨੇ, ਜਿਨ੍ਹਾਂ ਨੇ ਉਸ ਕਤਲकांड ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਅਜੇ ਕਿ ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਉਹਦੇ ਵਿੱਚ 4 ਲੋਕ ਜਿਹੜੇ ਨੇ ਉਹਨਾਂ ਦੀ ਪਛਾਣ ਕੀਤੀ ਹੈ, 4 ਬੰਦੇ ਅਜੇ ਤੱਕ ਸਾਡੀ ਪਛਾਣ 'ਚ ਆਏ ਨੇ, ਅਤੇ ਸਰਕਾਰ ਉਹਨਾਂ ਨੂੰ, ਪੁਲਿਸ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਥਾਂ ਥਾਂ ਦੇ ਉੱਤੇ ਛਾਪੇ ਮਾਰ ਰਹੀ ਹੈ। ਪਰ ਅਜੇ ਉਹਨਾਂ ਦੇ ਵਿੱਚੋਂ ਕੋਈ ਗ੍ਰਿਫਤਾਰ ਨਹੀਂ ਹੋਇਆ, ਜਿਨ੍ਹਾਂ ਦੇ ਵਿੱਚ 2 ਹਰਿਆਣਾ ਦੇ ਨੇ ਔਰ 2 ਜਿਹੜੇ ਨੇ ਉਹ ਪੰਜਾਬ ਦੇ ਨੇ, ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ, ਇੱਕ ਮੋਗਾ ਜ਼ਿਲ੍ਹੇ ਦਾ। ਜੀ, ਕਿਉਂਕਿ ਉੱਥੇ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਪਰਸੋਂ ਵੀ ਭਗਵੰਤ ਮਾਨ ਹੋਰਾਂ ਨੇ ਰੋਡ ਸ਼ੋਅ ਕੀਤਾ ਸੰਗਰੂਰ ਦੇ ਵੱਖ-ਵੱਖ ਇਲਾਕਿਆਂ ਵਿੱਚ, ਕੱਲ੍ਹ ਵੀ ਉਹਨਾਂ ਨੇ ਉੱਥੇ ਰੋਡ ਸ਼ੋਅ ਕੀਤਾ, ਅਤੇ ਰੋਡ ਸ਼ੋਅ ਦੌਰਾਨ ਉਹਨਾਂ ਦੇ ਕੋਲ ਆਪਣੀਆਂ ਪ੍ਰਾਪਤੀਆਂ ਗਿਣਨ ਵਾਸਤੇ ਬਹੁਤੀਆਂ ਨਹੀਂ ਸੀ, ਨਾ ਹੀ ਉਹਨਾਂ ਨੇ ਕੋਈ ਆਪਣੀਆਂ ਪ੍ਰਾਪਤੀਆਂ ਗਿਣੀਆਂ ਨੇ। ਉਹਨਾਂ ਨੇ ਇਹੀ ਕਿਹਾ ਕਿ 3 ਮਹੀਨੇ ਦਾ ਸਾਨੂੰ ਤਾਂ ਸਮਾਂ ਮਿਲਿਆ, ਅਸੀਂ 3 ਮਹੀਨੇ 'ਚ ਕੀ ਕਰ ਸਕਦੇ ਹਾਂ। ਇਹ ਜਿਹੜੇ ਗੈਂਗਸਟਰ ਨੇ, ਇਹ ਤਾਂ ਪਹਿਲਾਂ ਦੇ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ ਉਹਨਾਂ ਦੀ ਉਪਜ ਨੇ, ਉਹਨਾਂ ਦੀ ਪੈਦਾਵਾਰ ਨੇ। ਅਕਾਲੀ ਤੇ ਕਾਂਗਰਸ ਵਾਲੇ ਜਿਹੜੇ ਨੇ ਉਹ ਇਹਨਾਂ ਗੈਂਗਸਟਰਾਂ ਨੂੰ ਲੈ ਕੇ ਆਏ ਨੇ, ਇਹ ਗੈਂਗਸਟਰ ਉਹਨਾਂ ਦੇ ਨੇ। ਮੈਂ ਤਾਂ ਇਹਨਾਂ ਦੀ ਸਫਾਈ ਕਰਾਂਗਾ, ਮੈਂ ਇਹਨਾਂ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਵਾਂਗਾ। ਮਤਲਬ ਇੱਕ ਤਾਂ ਉਹ ਆਪਣੇ ਹੱਕ ਦੇ ਵਿੱਚ ਇਸ ਗੱਲ ਦਾ ਕ੍ਰੈਡਿਟ ਲੈ ਰਹੇ ਨੇ ਕਿ ਮੈਂ ਗੈਂਗਸਟਰਾਂ ਦੀ ਸਫਾਈ ਕਰਾਂਗਾ ਕਹਿ ਰਹੇ ਨੇ ਉਹ, ਕਿਉਂਕਿ ਅਜੇ ਕੀਤੀ ਨਹੀਂ ਗਈ। ਜਿਵੇਂ ਜਿਵੇਂ ਉਹ ਗੱਲ ਕਰ ਰਹੇ ਨੇ ਉਵੇਂ ਉਵੇਂ ਗੈਂਗਸਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਅਤੇ ਗੈਂਗਸਟਰਾਂ ਦੀਆਂ ਧਮਕੀਆਂ ਵੀ ਵੱਧਦੀਆਂ ਜਾ ਰਹੀਆਂ ਨੇ। ਹੁਣ ਨਿੱਤ ਦਿਹਾੜੇ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਪੰਜਾਬ ਦੇ ਕਦੀ ਕਿਸੇ ਜ਼ਿਲ੍ਹੇ ਵਿੱਚ, ਕਦੀ ਲੁਧਿਆਣਾ 'ਚ, ਕਦੀ ਬਠਿੰਡਾ 'ਚ, ਕਦੀ ਫਿਰੋਜ਼ਪੁਰ 'ਚ ਉਹਦੇ ਨਾਂ ਦੇ ਉੱਤੇ ਧਮਕੀਆਂ ਦੇ ਕੇ ਫਰੌਤੀ ਦੀ ਮੰਗ ਕੀਤੀ ਜਾਣ ਲੱਗੀ ਹੈ ਸ਼ਰੇਆਮ। ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ ਕਿ ਕਿਸ ਵੇਲੇ ਕਿਸੇ ਨੂੰ ਇਹ ਫੋਨ ਇਹੋ ਜਿਹਾ ਆ ਜਾਵੇ ਕਿ ਸਾਨੂੰ ਇੰਨੀ ਫਰੌਤੀ ਜਿਹੜੀ ਉਹ ਚਾਹੀਦੀ ਹੈ। ਪਰ ਭਗਵੰਤ ਮਾਨ ਹੋਰੀ ਇਹ ਗੱਲ ਕਹਿ ਰਹੇ ਨੇ ਇਸ ਦੇ ਬਾਵਜੂਦ ਕਿ ਅਸੀਂ ਗੈਂਗਸਟਰਾਂ ਦਾ ਸਫਾਇਆ ਕਰਾਂਗੇ। ਇਹ ਗੈਂਗਸਟਰ ਜਿਹੜੇ ਨੇ ਇਹ ਤਾਂ ਪਿਛਲੀਆਂ ਸਰਕਾਰਾਂ ਦੀ ਪੈਦਾਵਾਰ ਨੇ, ਉਹਨਾਂ ਨੇ ਲਿਆਂਦੇ ਨੇ। ਜੀ, ਇਸ ਗੱਲ ਨੂੰ ਲੈ ਕੇ ਹੀ ਉਹ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਲਾ ਰਹੇ ਨੇ, ਅਤੇ ਵਿਰੋਧੀ ਪਾਰਟੀਆਂ ਇਸੇ ਗੱਲ ਨੂੰ ਲੈ ਕੇ ਸਰਕਾਰ ਦੇ ਉੱਤੇ ਨਿਸ਼ਾਨੇ ਲਾ ਰਹੀਆਂ ਨੇ ਕਿ ਇੰਨੇ ਦਿਨ, ਕਿੰਨੇ ਹਫ਼ਤੇ ਬੀਤ ਗਏ ਨੇ, ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕੁਝ ਨਹੀਂ ਪਤਾ ਲੱਗਿਆ। ਉਹਦੇ ਕਤਲ ਬਾਰੇ ਨਹੀਂ, ਜਿਹੜੇ ਇਸ ਤੋਂ ਪਹਿਲਾਂ ਕਤਲ ਹੋਏ ਨੇ, ਜਿਹੜੇ ਗੈਂਗਸਟਰਾਂ ਨੇ ਕਤਲ ਕੀਤੇ ਨੇ, ਉਹਨਾਂ ਦੇ ਵਿੱਚ ਵੀ ਕੋਈ ਖਾਸ ਪ੍ਰਾਪਤੀ ਜਿਹੜੀ ਆ ਉਹ ਸਰਕਾਰ ਦੇ ਹੱਥ ਨਹੀਂ ਲੱਗੀ। ਹੁਣ ਸਰਕਾਰ ਜਿਹੜੀ ਹੈ ਉਹਦੇ ਕੋਲ ਸਿਰਫ ਇਹੀ ਹੈ ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ। ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕੀਤੀ, ਦੇਖੋ ਜੀ ਅਸੀਂ ਦਿੱਲੀ ਤੋਂ ਫੜ ਕੇ ਇਹਨੂੰ ਪੰਜਾਬ ਲੈ ਆਂਦਾ। ਭਗਵੰਤ ਮਾਨ ਵੀ ਇਹੀ ਗੱਲ ਕਹਿ ਰਿਹਾ ਕਿ ਦੇਖੋ ਜੀ ਅਸੀਂ ਇਹਨੂੰ ਫੜ ਕੇ ਦਿੱਲੀ ਤੋਂ ਪੰਜਾਬ ਲੈ ਆਂਦਾ। ਪਰ ਉਹਦਾ ਨਤੀਜਾ ਜਿਹੜਾ ਹੈ ਉਹ ਅਜੇ ਤੱਕ ਕੁਝ ਨਹੀਂ ਹੋਇਆ। ਨਾ ਤਾਂ ਸਰਕਾਰ ਇਹ ਆਪਣੀਆਂ ਕੋਈ ਉੱਥੇ ਪ੍ਰਾਪਤੀਆਂ ਬਾਰੇ ਦੱਸ ਰਹੀ ਹੈ ਚੋਣ ਦੇ ਵਿੱਚ, ਨਾ ਸਰਕਾਰ ਇਹ ਦੱਸ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦਾ ਰੋਡ ਮੈਪ ਕੀ ਹੋਵੇਗਾ, ਵਿਕਾਸ ਕਾਰਜ ਜਿਹੜੇ ਸਰਕਾਰ ਦੇ ਕੀ ਹੋਣਗੇ। ਸਰਕਾਰ ਇਸ ਵੇਲੇ ਇੰਜ ਲੱਗਦਾ ਜਿਵੇਂ ਕੁੜੀਕੀ 'ਚ ਫਸੀ ਹੋਈ ਹੋਵੇ, ਕਿਉਂਕਿ ਬਹੁਤ ਸਾਰੇ ਵਰਗ ਜਿਹੜੇ ਨੇ ਉਹ ਤਾਂ ਸ਼ਰੇਆਮ ਉੱਥੇ ਸਰਕਾਰ ਦਾ ਵਿਰੋਧ ਕਰ ਰਹੇ ਨੇ। ਹੁਣ ਆ ਜਿਹੜੇ ਨੌਜਵਾਨ ਫੌਜ ਦੀ ਭਰਤੀ ਵਾਲੇ ਸੀ ਉਹ ਵੀ ਸੰਗਰੂਰ ਪਹੁੰਚ ਗਏ ਨੇ, ਉਹ ਵੀ ਸਰਕਾਰ ਦਾ ਵਿਰੋਧ ਕਰ ਰਹੇ ਨੇ। ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਉਹ ਵੀ ਸਰਕਾਰ ਦਾ ਵਿਰੋਧ ਕਰ ਰਹੇ ਨੇ। ਯੂਥ ਸਾਰਾ ਜਿਹੜਾ ਹੈ ਉਹ ਵਿਰੋਧ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਜਿਹੜੀਆਂ ਉਹਨਾਂ ਨੇ ਤਾਂ ਵਿਰੋਧ ਕਰਨਾ ਹੀ ਕਰਨਾ ਹੈ। ਸੋ ਸਰਕਾਰ ਇਸ ਔਖੀ ਘੜੀ 'ਚੋਂ ਨਿਕਲਣ ਵਾਸਤੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਤਾਂ ਭ੍ਰਿਸ਼ਟਾਚਾਰ ਦੇ ਨਾਂ ਉੱਤੇ, ਜਾਂ ਸੱਚਮੁੱਚ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਹੋਵੇਗਾ, ਕਿਉਂਕਿ ਇਹਦੇ ਵਿੱਚ ਦੁੱਧ ਦਾ ਧੋਤਾ ਤਾਂ ਕੋਈ ਵੀ ਨਹੀਂ, ਨਾ ਅਕਾਲੀ ਸਰਕਾਰ ਵਾਲੇ, ਨਾ ਕਾਂਗਰਸ ਸਰਕਾਰ ਵਾਲੇ, ਤੇ ਨਾ ਹੀ ਆਮ ਆਦਮੀ ਪਾਰਟੀ ਸਰਕਾਰ ਵਾਲੇ। ਇਸ ਕਰਕੇ ਉਹਨਾਂ ਦੇ ਆਪਣੇ ਮੈਂਬਰ, ਆਪਣੇ ਮੰਤਰੀ ਨੇ ਜੇ ਉਹ ਭ੍ਰਿਸ਼ਟ ਨੇ, ਉਹਨਾਂ ਨੂੰ ਫੜ ਲਿਆ। ਇਹਦੇ ਨਾਲ ਲੋਕਾਂ ਦਾ ਕੋਈ ਬਹੁਤ ਜ਼ਿਆਦਾ ਲੈਣਾ ਦੇਣਾ ਨਹੀਂ। ਪਰ ਸਰਕਾਰ ਇਸ ਨੂੰ ਵੀ ਆਪਣੀਆਂ ਪ੍ਰਾਪਤੀਆਂ ਗਿਣਦੀ ਹੈ ਕਿ ਅਸੀਂ ਭ੍ਰਿਸ਼ਟ ਲੋਕਾਂ ਨੂੰ ਫੜ ਰਹੇ ਹਾਂ, ਅਸੀਂ ਗੈਂਗਸਟਰਾਂ ਨੂੰ ਫੜ ਰਹੇ ਹਾਂ, ਗੈਂਗਸਟਰਾਂ ਦਾ ਜਿਹੜਾ ਹੈ ਉਹ ਸਫਾਇਆ ਕਰ ਦੇਵਾਂਗੇ।
ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਰਕਾਰ ਜਿਹੜੀ ਹੈ ਉਹ ਸੰਗਰੂਰ ਦੇ ਵੋਟਰਾਂ ਨੂੰ ਭਰਮਾਉਣਾ ਚਾਹੁੰਦੀ ਹੈ, ਔਰ ਇਹ ਖਾਸ ਕਰਕੇ ਇਹ ਗੱਲਾਂ ਜਿਹੜੀਆਂ ਸੰਗਰੂਰ ਦੇ ਵਿੱਚ ਹੀ ਕੀਤੀਆਂ ਜਾ ਰਹੀਆਂ ਨੇ। ਦੂਜੀ ਗੱਲ ਇਹ ਕੀਤੀ ਜਾ ਰਹੀ ਹੈ ਕਿਉਂਕਿ 2 ਵਾਰੀ ਸੰਸਦ ਮੈਂਬਰ ਚੁਣੇ ਗਏ ਉੱਤੋਂ ਭਗਵੰਤ ਮਾਨ, ਅਤੇ ਉਹ ਲੋਕਾਂ ਨੂੰ ਇਹ ਵੀ ਕਹਿੰਦੇ ਨੇ ਕਿ ਮੈਂ ਤਾਂ ਤੁਹਾਡਾ ਹੀ ਹਾਂ, ਤੁਸੀਂ 2 ਵਾਰੀ ਮੈਨੂੰ ਪਹਿਲਾਂ ਚੁਣਿਆ, ਇਹ ਤੁਹਾਡਾ ਹੀ ਹਲਕਾ ਹੈ ਅਤੇ ਤੁਸੀਂ ਆਪ ਹੀ ਸਾਰਾ ਕੁਛ ਕਰਨਾ ਹੈ। ਲੋਕਾਂ ਨੂੰ ਇਸ ਢੰਗ ਦੇ ਨਾਲ ਵੀ ਆਪਣੇ ਵੱਲ ਜੋੜਨ ਦੀ ਕੋਸ਼ਿਸ਼ ਜਿਹੜੀ ਹੈ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਜੀ। ਹਾਂਜੀ। ਤੇ ਸੰਧੂ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਪਹਿਲਾ ਬਜਟ ਉਹ ਹੁਣ 27 ਜੂਨ ਨੂੰ ਪੇਸ਼ ਕੀਤਾ ਜਾਣਾ ਜੀ। ਸਰਕਾਰ ਨੇ ਅਨਾਊਂਸ ਕੀਤਾ ਜੀ ਕਿ 24 ਜੂਨ ਤੋਂ 30 ਜੂਨ ਤੱਕ ਜਿਹੜਾ ਪਹਿਲਾ ਵਿਧਾਨ ਸਭਾ ਦਾ ਇਜਲਾਸ ਹੋਏਗਾ ਔਰ ਇਹਦੇ ਵਿੱਚ ਬਜਟ ਪੇਸ਼ ਕੀਤਾ ਜਾਏਗਾ 27 ਤਰੀਕ ਨੂੰ ਜੀ। ਇਸ ਤੋਂ ਪਹਿਲਾਂ ਸਰਕਾਰ ਹੁਣ ਤੱਕ ਅੰਤਰਮ ਬਜਟ ਦੇ ਨਾਲ ਹੀ ਇਹ ਆ ਜਿਹੜੇ 3 ਮਹੀਨੇ ਲੰਘੇ ਨੇ ਉਹਦੇ ਨਾਲ ਕੰਮ ਚਲਾਇਆ ਹੈ। ਉਸ ਵੇਲੇ ਵੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜੂਨ ਦੇ ਵਿੱਚ ਆਪਣਾ ਬਜਟ ਪੇਸ਼ ਕਰਾਂਗੇ, ਕਿਉਂਕਿ ਜਦੋਂ ਸਰਕਾਰ ਬਣੀ ਆ ਬਣਦੇ ਸਾਰੀ ਆਮ ਤੌਰ 'ਤੇ ਮਾਰਚ ਅਪ੍ਰੈਲ ਦੇ ਵਿੱਚ ਬਜਟ ਪੇਸ਼ ਕੀਤਾ ਜਾਂਦਾ ਹੈ, ਪਰ ਉਸ ਵੇਲੇ ਸਰਕਾਰ ਦੀ ਨਾ ਤਿਆਰੀ ਸੀ ਅਤੇ ਨਾ ਸਰਕਾਰ ਨੂੰ ਇਹ ਸਮਝ ਸੀ ਕਿ ਕੀ ਬਜਟ ਪੇਸ਼ ਕਰਨਾ। ਇਸ ਕਰਕੇ 3 ਮਹੀਨੇ ਦਾ ਸਮਾਂ ਲਿਆ ਗਿਆ ਸੀਗਾ ਅੰਤਰਮ ਬਜਟ ਪੇਸ਼ ਕਰਕੇ। ਇਹ ਅੱਗੋਂ ਜਿਹੜਾ ਮੁਕੰਮਲ ਪੂਰੇ ਮਾਲੀ ਸਾਲ ਵਾਸਤੇ ਜਿਹੜਾ ਰੋਡ ਮੈਪ ਹੈ, ਇਕਨੋਮਿਕ ਰੋਡ ਮੈਪ, ਉਹ ਉਸ ਵੇਲੇ ਦੱਸਿਆ ਜਾਏਗਾ ਜੂਨ ਦੇ ਵਿੱਚ। ਹੁਣ ਸਰਕਾਰ ਨੇ ਐਲਾਨ ਕੀਤਾ ਕਿ 27 ਨੂੰ ਅਸੀਂ ਆਪਣਾ ਪਹਿਲਾ ਬਜਟ ਪੇਸ਼ ਕਰਾਂਗੇ, 28 ਅਤੇ 29 ਨੂੰ ਉਸ ਬਜਟ ਦੇ ਉੱਤੇ ਚਰਚਾ ਹੋਵੇਗੀ, ਬਹਿਸ ਹੋਵੇਗੀ। ਇਸ ਬਾਰੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸੂਚਨਾ ਬਕਾਇਦਾ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਔਰ ਨਾਲ ਇਹ ਵੀ ਦੱਸਿਆ ਗਿਆ ਕਿ ਇਸ ਦਾ ਲਾਈਵ ਟੈਲੀਕਾਸਟ ਹੋਵੇਗਾ, ਲੋਕ ਨਾਲੋਂ ਨਾਲ ਇਸ ਨੂੰ ਸੁਣ ਸਕਣਗੇ ਕਿ ਬਜਟ ਕਿੱਦਾਂ ਪੇਸ਼ ਕੀਤਾ ਗਿਆ ਅਤੇ ਉਹਦੇ ਬਾਰੇ ਕੀ ਗੱਲਬਾਤ ਹੋਈ ਹੈ ਜੀ। ਹੁਣ ਇਸ ਵੇਲੇ ਸਰਕਾਰ ਦੀ ਜਿਹੜੀ ਸਥਿਤੀ ਹੈ, ਜੇ ਆਪਾਂ ਬਜਟ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੀਏ ਕਿ ਸਰਕਾਰ ਦਾ ਬਜਟ ਕੀ ਹੋਵੇਗਾ, ਪਹਿਲੀ ਗੱਲ ਤਾਂ ਇਹ ਕਿ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਆ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਉਹਦੇ ਸਿਰ ਆ, ਪਹਿਲਾਂ ਉਹਦੇ 'ਚੋਂ ਕਿਵੇਂ ਨਿਕਲਣਾ, ਜਦ ਕਿ ਕਰਜ਼ਾ ਤਾਂ ਹੋਰ ਚੜ੍ਹਾ ਲਿਆ। ਇਸ ਤੋਂ ਬਾਅਦ ਹਜ਼ਾਰਾਂ ਕਰੋੜ ਕਰਜ਼ਾ ਜਿਹੜਾ ਇਸ ਸਰਕਾਰ ਨੇ ਆਪ ਹੋਰ ਲੈ ਲਿਆ, ਉਹਦੇ ਵਿੱਚ ਵਾਧਾ ਹੋ ਗਿਆ। ਦੂਜੀ ਗੱਲ ਇਹ ਆ ਕਿ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਹੈ, ਜਿਹੜੀਆਂ ਵਿਕਾਸ ਸਕੀਮਾਂ ਨੇ ਉਹ ਚਲਾਉਣੀਆਂ ਨੇ, ਇਹ ਸਾਰੇ ਵਾਸਤੇ ਸਰਕਾਰ ਨੂੰ ਪੈਸਾ ਚਾਹੀਦਾ ਹੈ। ਬਹੁਤ ਸਾਰੀਆਂ ਜਿਹੜੀਆਂ ਭਲਾਈ ਯੋਜਨਾ ਉਹ ਪਹਿਲਾਂ ਬੰਦ ਕੀਤੀਆਂ ਹੋਈਆਂ ਨੇ, ਪੈਨਸ਼ਨਾਂ ਦੀਆਂ ਯੋਜਨਾਵਾਂ ਜਿਹੜੀਆਂ ਉਹ ਠੱਪ ਪਈਆਂ ਨੇ, ਲੋਕਾਂ ਨੂੰ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ। ਜਦੋਂ ਇਹ ਸਾਰੇ ਕੰਮ ਕਰਨੇ ਨੇ ਇਹਦੇ ਵਾਸਤੇ ਪੈਸਾ ਚਾਹੀਦਾ। ਬਜਟ ਨੇ ਸਿਰਫ ਇਹੀ ਦੱਸਣਾ ਹੁੰਦਾ ਹੈ ਕਿ ਪੈਸਾ ਕਿੱਥੋਂ ਆਵੇਗਾ ਅਤੇ ਕਿੱਧਰ ਜਾਵੇਗਾ, ਕਿਸ ਚੀਜ਼ ਤੋਂ ਸਰਕਾਰ ਨੂੰ ਕਮਾਈ ਹੋਵੇਗੀ, ਕਿੰਨੀ ਕਮਾਈ ਹੋਵੇਗੀ ਉਸ ਸਾਲ ਦੌਰਾਨ। ਉਹ ਨਿਸ਼ਾਨਾ ਰੱਖਦੇ ਨੇ ਕਿ ਇਸ ਮਦ ਵਿੱਚ ਸਾਨੂੰ ਇੰਨੀ ਕਮਾਈ ਹੋਏਗੀ, ਇਸ ਮਦ ਵਿੱਚ ਇੰਨੀ, ਇਸ 'ਚ ਇੰਨੀ, ਅਤੇ ਅੱਗੇ ਇਹ ਦੱਸਿਆ ਜਾਂਦਾ ਕਿ ਇਸ ਕੰਮ ਦੇ ਉੱਤੇ ਅਸੀਂ ਇੰਨਾ ਖਰਚ ਕਰਾਂਗੇ। ਸੰਖੇਪ ਵਿੱਚ ਤੇ ਬਜਟ ਇੰਨਾ ਹੀ ਹੁੰਦਾ ਹੈ। ਔਰ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਆਬਕਾਰੀ ਯੋਜਨਾ ਤੋਂ ਸਰਕਾਰ ਕਿੰਨਾ ਉਹਨੂੰ ਪੈਸਾ ਮਿਲਦਾ ਹੈ। ਉਹ ਜਿਹੜਾ ਆਬਕਾਰੀ ਯੋਜਨਾ ਸਰਕਾਰ ਪਹਿਲਾਂ ਹੀ ਲਿਆ ਚੁੱਕੀ ਹੈ, ਉਹਦਾ ਵਿਰੋਧ ਕੀਤਾ ਜਾ ਰਿਹਾ। ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਨੇ ਟੈਂਡਰਾਂ ਦਾ ਵਿਰੋਧ ਕੀਤਾ ਆ, ਉਹਨਾਂ ਨੇ ਸਰਕਾਰ ਦੀ ਇਸ ਨੀਤੀ ਨੂੰ ਪ੍ਰਵਾਨ ਹੀ ਨਹੀਂ ਕੀਤਾ। ਉਹ ਵੀ ਸਰਕਾਰ ਸਾਹਮਣੇ ਮੁਸ਼ਕਲ ਜਿਹੜੀ ਹੈ ਉਹ ਪੈਦਾ ਹੋ ਗਈ ਹੈ। ਸੋ ਸਰਕਾਰ ਨੂੰ ਇਹ ਦੱਸਣਾ ਜਿਹੜਾ ਹੈ ਉਹ ਬੜਾ ਮੁਸ਼ਕਲ ਹੋਏਗਾ। ਕਿਵੇਂ ਦੱਸਦੇ ਨੇ? ਦੂਜੀ ਗੱਲ ਇਹ ਕਹੀ ਉਹਨਾਂ ਨੇ ਕਿ ਇਹ ਸਾਡਾ ਲਿਖਤੀ ਬਜਟ ਨਹੀਂ ਹੋਵੇਗਾ ਜੀ, ਇਹ ਪੇਪਰਲੈਸ ਬਜਟ ਹੈ ਸਾਡਾ। ਅਸੀਂ ਇਹਦੇ ਨਾਲ 21 ਲੱਖ ਰੁਪਏ ਬਚਾ ਲਏ ਨੇ। ਜੇ ਅਸੀਂ ਇਹਨੂੰ ਟਾਈਪ ਕਰਦੇ, ਲਿਖਤੀ ਰੂਪ 'ਚ ਬਜਟ ਹੁੰਦਾ ਅਤੇ ਇਹਦੇ ਉੱਤੇ ਸਾਡਾ ਇੰਨਾ ਖਰਚ ਹੋਣਾ ਸੀ, 34 ਟਨ ਕਾਗਜ਼ ਵੀ ਲੱਗ ਜਾਣਾ ਸੀ ਅਤੇ 834 ਰੁੱਖ ਜਿਹੜੇ ਨੇ ਉਹ ਬਚ ਜਾਣਗੇ। ਇਸ ਮਾਮਲੇ ਦੇ ਵਿੱਚ ਹਜੇ ਤੱਕ ਦੀ ਸਰਕਾਰ ਦੀ ਇਹ ਪ੍ਰਾਪਤੀ ਹੈ। ਬਜਟ ਦੇ ਵਿੱਚ ਜੋ ਕੁਝ ਸਾਹਮਣੇ ਆਏਗਾ ਫਿਰ ਉਹ ਆਪਾਂ ਜ਼ਰੂਰ ਡਿਸਕਸ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ ਕਿ ਸਰਕਾਰ ਦਾ ਜਿਹੜਾ ਹੈ ਇਸ ਮਾਲੀ ਸਾਲ ਵਾਸਤੇ ਕੀ ਰੋਡ ਮੈਪ ਹੈ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਹੁਣ ਸੋਮਵਾਰ ਨੂੰ ਗੱਲਬਾਤ ਹੋਏਗੀ। ਹੈਵ ਅ ਵੈਰੀ ਨਾਈਸ ਵੀਕਐਂਡ। ਥੈਂਕ ਯੂ ਵਾਸੂ ਜੀ, ਥੈਂਕ ਯੂ।